ਇਹ ਹੈ ਪੰਜਾਬ ਦੀ ਸਭ ਤੋਂ ਘੈਂਟ ਸਰਪੰਚ ਸ਼ੈਸ਼ਨਦੀਪ ਕੌਰ ਸਿੱਧੂ। 22 ਸਾਲਾਂ ਦੀ ਛੋਟੀ ਉਮਰ ਵਿੱਚ ਹੀ ਮਾਨਕ ਖਾਨਾ ਪਿੰਡ ਦੀ ਸਰਪੰਚ ਬਣ ਕੇ ਝੰਡੇ ਗੱਡ ਦਿੱਤੇ ਸੀ। मेरे मम्मी पापा आए और उन्होंने मैनू कहा कि तुसी की एक्टी आप इलैक्शनस च तैनू ना खड़ा कर दिए और इलैक्शनस होए ते जित गए। ਅਕਸਰ ਹੀ ਹੁੰਦਾ ਹੈ ਕਿ ਪਿੰਡਾਂ ਵਿੱਚ ਸਰਪੰਚ ਤਾਂ ਔਰਤਾਂ ਹੁੰਦੀਆਂ ਪਰ ਸਰਪੰਚੀ ਮਰਦ ਹੀ ਕਰਦੇ ਹੈ, ਕਿਉਂਕਿ ਸਾਡਾ ਸਮਾਜ ਮਰਦ ਪ੍ਰਧਾਨ ਕਿਹਾ ਜਾਂਦਾ ਹੈ। ਪਰ ਭੈਣ ਕਹਿੰਦੀ ਮੈਂ ਇਹ ਰੂੜੀਵਾਦੀ ਸੋਚ ਹੀ ਖਤਮ ਕਰਨੀ ਹੈ। मैं उन्होंने ये भी गल पहले ही कह दी सी कि भी पापा कल नूं ही ना होवे तुसीं कहो कि भी मैं सरपंच हाँ जिवें आम तौर पर हुंदा, तो भी फिर तुसीं मैनूं पूरी खुल दोगे, मतलब ये नहीं इंटरफेयर नहीं करोगे। ਸਰਪੰਚ ਬਣਨ ਦਾ ਇੱਕੋ ਹੀ ਕਾਰਨ ਸੀ ਕਿ ਮਾਲਵੇ ਦੇ ਟਿੱਬਿਆਂ ਵਿੱਚ ਵਸਦੇ ਆਪਣੇ ਪਿੰਡ ਦਾ ਨਾਮ ਦੁਨੀਆ ਵਿੱਚ ਚਮਕਾਉਣਾ ਹੈ। ਤੁਸੀਂ ਜਿਹੜੀ ਗੱਲ ਕੀਤੀ ਪਛੜੇ ਵਾਲੀ ਹੋਈ ਹੈ ਨਾ, ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਤੇ ਮੈਂ ਇਸੇ ਦਾਗ ਨੂੰ ਹੀ ਧੋਣਾ ਚਾਹੁੰਦੀ ਆ। ਆਪਣੇ ਬਠਿੰਡੇ ਦਾ ਲਾ ਲਓ, ਮੌੜ ਦਾ ਲਾ ਲਓ ਜਾਂ ਟਿੱਬਿਆਂ ਦਾ ਲਾ ਲਓ। ਪਿੰਡ ਦੇ ਵਿੱਚ ਵਿਕਾਸ ਦੇ ਇੰਨੇ ਕੰਮ ਕੀਤੇ ਆ ਕਿ ਪੁੱਛੋ ਹੀ ਨਾ। ਪਿੰਡ ਵਿੱਚ ਬਣੀ ਲਾਇਬ੍ਰੇਰੀ ਤੋਂ ਹੀ ਪਤਾ ਲੱਗਦਾ ਹੈ ਕਿ ਪੜ੍ਹੇ ਲਿਖੇ ਸਰਪੰਚ ਤੇ ਅਨਪੜ੍ਹ ਦੇ ਵਿੱਚ ਕੀ ਫਰਕ ਹੁੰਦਾ ਹੈ। ਜੇ ਜ਼ਿਆਦਾ ਲਾਇਬ੍ਰੇਰੀਆਂ ਹੋਣਗੀਆਂ ਇੱਕ ਵਾਰੀ ਉਹ ਚੀਜ਼ ਬਣ ਜਾਏਗੀ। ਦੂਜੀ ਚੀਜ਼ ਹੋਵੇਗੀ ਕਿ ਬੱਚਿਆਂ ਦੇ ਵਿੱਚ ਅਸੀਂ ਰੀਡਿੰਗ ਹੈਬਿਟਸ ਨੂੰ ਮਤਲਬ ਇਨਕਲਕੇਟ ਕਰੀਏ, ਹੈ ਨਾ, ਵੀ ਉਹ ਪੜ੍ਹਾਈ ਵੱਲ ਜਾਣ। ਇੱਕ ਗੱਲ ਜਿਹੜੀ ਸਭ ਤੋਂ ਵੱਧ ਆਕਰਸ਼ਿਤ ਕਰਦੀ ਹੈ ਕਿ ਪਿੰਡ ਦੇ ਹਰ ਘਰ ਦੇ ਬਾਹਰ ਇੱਕ ਨੇਮ ਪਲੇਟ ਲੱਗੀ ਹੈ ਤੇ ਨੇਮ ਪਲੇਟ ਦੇ ਉੱਪਰ ਮਰਦ ਦਾ ਨਹੀਂ ਔਰਤ ਦਾ ਨਾਮ ਲਿਖਿਆ ਹੈ, ਜਾਣੀ ਕਿ ਘਰ ਦੀ ਮੁਖੀ ਔਰਤ ਨੂੰ ਬਣਾਇਆ ਗਿਆ ਹੈ। ਇਹ ਚੀਜ਼ ਮੈਨੂੰ ਲੱਗਦਾ ਹੈ ਪਹਿਲਾ ਕਦਮ ਹੈ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਜਗਾਉਣ ਦਾ, ਕਿ ਤੁਸੀਂ ਸਿਰਫ ਘਰੇ ਅੰਦਰ ਰਸੋਈ ਦੇ ਵਿੱਚ ਬੰਦ ਹੋਣ ਵਾਲੀ ਸ਼ੈ ਨਹੀਂ ਹੋ। ਕੰਮ ਕਰਨ ਦੇ ਢੰਗ ਵਿੱਚ ਇੰਨੀ ਇਮਾਨਦਾਰੀ ਹੈ ਕਿ ਕਿੰਨੀਆਂ ਗਰਾਂਟਾਂ ਆਈਆਂ, ਕਿੰਨਾ ਖਰਚ ਹੋਇਆ, ਕਿਹਦਾ ਨੀਲਾ ਕਾਰਡ ਬਣਿਆ, ਕਿਹਦੀ ਬੁਢਾਪਾ ਪੈਨਸ਼ਨ ਲੱਗੀ ਹੈ, ਸਭ ਕੁਝ ਪਿੰਡ ਦੇ ਵਿਚਕਾਰ ਲਿਖ ਕੇ ਲਾਇਆ ਹੋਇਆ ਹੈ। ਇਸ ਦਾ ਆਈਡੀਆ ਹੈਗਾ ਟਰਾਂਸਪੇਰੈਂਸੀ, ਕਿ ਮੇਰੀ ਪੰਚਾਇਤ 'ਚ ਕੋਈ ਲੁਕਾਵ ਨਹੀਂ ਹੈ, ਤਾਂ ਕਿ ਪੂਰੇ ਪਿੰਡ ਨੂੰ ਪਤਾ ਹੋਵੇ ਕਿਹਦੀ ਪੈਨਸ਼ਨ ਲੱਗੀ ਵੀ ਹੈ ਤੇ ਕਿਹਦੀ ਆਟਾ ਦਾਲ ਕਾਰਡ ਦਾ ਸਕੀਮ ਦਾ ਕਾਰਡ ਬਣਿਆ ਹੋਇਆ। ਸਰਪੰਚੀ ਵਿੱਚ ਕੀਤੇ ਕੰਮਾਂ ਕਰਕੇ ਨੈਸ਼ਨਲ ਪੱਧਰ ਦੇ ਅਵਾਰਡ ਵੀ ਜਿੱਤੇ ਹੈ। ਤੇ ਇੱਕ ਗੱਲ ਖਾਸ, ਹੁਣ ਭੈਣ ਕਹਿੰਦੀ ਕਿ ਇਸ ਤੋਂ ਬਾਅਦ ਸਰਪੰਚੀ ਨਹੀਂ ਕਰਨੀ, ਨਾ ਹੁਣ ਅਗਲਾ ਇਲੈਕਸ਼ਨ ਲੜਨਾ ਤੇ ਨਾ ਸਰਪੰਚੀ ਕਰਨੀ ਹੈ। ਜੋ ਸੁਪਨਾ ਸੋਚ ਕੇ ਸਰਪੰਚੀ ਦੀ ਚੋਣ ਲੜੀ ਤੇ ਸਰਪੰਚ ਬਣੀ, ਉਹ ਕਰਕੇ ਦਿਖਾ ਦਿੱਤਾ। ਕੱਲ ਨੂੰ ਕੋਈ ਸਰਪੰਚ ਜੋ ਵੀ ਆਉਂਦੇ ਆ, ਪਹਿਲਾਂ ਤਾਂ ਆਪਾਂ ਚਲੋ ਰਿਕੁਐਸਟ ਕਰਾਂਗੇ ਕਿ ਉਹ ਮੈਨੇਜ ਕਰਨ, ਪਰ ਮੇਰੀ ਸਪੋਰਟ ਇਹਨਾਂ ਚੀਜ਼ਾਂ ਦੇ ਲਈ ਰਹੂਗੀ। ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਲਾਇਬ੍ਰੇਰੀ ਨੂੰ ਜਿੰਦਾ ਲੱਗ ਜੇ ਜਾਂ ਸਫਾਈ ਸੇਵਕ ਨੂੰ ਹਟਾ ਦਿੱਤਾ ਜਾਵੇ। ਆਓ ਮਿਲਾਉਣੇ ਆ ਭੈਣ ਸ਼ੈਸ਼ਨਦੀਪ ਕੌਰ ਦੇ ਨਾਲ। ਗੱਲਬਾਤ ਤਾਂ ਬਾਕੀ ਤੁਸੀਂ ਸਾਰੀ ਸੁਣੀ ਲਈ ਆ, ਹੁਣ ਗੱਲਬਾਤ ਕਰਦੇ ਹਾਂ ਪਿੰਡ ਦੇ ਸਰਪੰਚ ਭੈਣ ਸ਼ੈਸ਼ਨਦੀਪ ਕੌਰ ਨਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਭ ਤੋਂ ਪਹਿਲਾਂ ਅਸੀਂ ਸਵਾਲ ਲਵਾਂਗੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਤਾਂ ਜੇ ਕਹੀਏ ਕਿ ਮੁੰਡਿਆਂ ਦਾ ਵੀ ਧਿਆਨ ਨਹੀਂ ਹੁੰਦਾ ਵੀ ਸਰਪੰਚੀ ਵਾਲੇ ਪਾਸੇ ਨੂੰ, ਠੀਕ ਹੈ ਇੱਕ ਸਮਾਂ ਆਉਂਦਾ ਪਿੰਡਾਂ 'ਚ ਅੜੀਆਂ ਫਸੀਆਂ ਬਣਦੀਆਂ, ਫਿਰ ਜਾ ਕੇ ਬੰਦਾ ਇਹ ਲੈਣ ਵਾਲੇ ਪਾਸੇ ਤੁਰਦਾ। ਤੁਹਾਡਾ ਇੱਧਰ ਆਉਣਾ, ਸਭ ਤੋਂ ਪਹਿਲਾ ਸਵਾਲ ਇਹ ਕਿਵੇਂ ਹੋਇਆ? ਸਾਨੂੰ ਸਭ ਤੋਂ ਵੱਧ ਜੇ ਕਹੀਏ ਅਚਰਜ ਇਹ ਚੀਜ਼ ਨੇ ਕੀ? ਅੱਛਾ ਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਨਹੀਂ ਸੋਚਦਾ, ਤਾਂ ਉਵੇਂ ਮੈਂ ਵੀ ਨਹੀਂ ਸੋਚਿਆ ਸੀਗਾ ਜੀ। ਤੇ ਮੈਨੂੰ ਕਦੇ ਕਦੇ ਜਦੋਂ ਹੁਣ ਮੈਂ ਪਿੱਛੇ ਝਾਤ ਮਾਰਦੀ ਹਾਂ ਤਾਂ ਮੈਨੂੰ ਲੱਗਦਾ ਕਿ ਰਾਜਨੀਤੀ ਨੇ ਜਾਂ ਇਸ ਲਾਈਨ ਨੇ, ਸਰਪੰਚੀ ਦੀ ਲਾਈਨ ਨੇ ਮੈਨੂੰ ਚੁਣਿਆ। ਸੋ ਜਦੋਂ ਇਲੈਕਸ਼ਨਸ ਦਾ ਮੌਕਾ ਆਇਆ ਸੀ, ਮੈਂ ਆਪਦੀ ਪੜ੍ਹਾਈ ਕਰ ਰਹੀ ਸੀ, ਅਸੀਂ ਆਰਾਮ ਨਾਲ ਬੈਠੇ ਸੀਗੇ ਘਰੇ। ਮੇਰੇ ਮੰਮੀ ਪਾਪਾ ਆਏ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕੀ ਐਕਟੀ ਆਪਾਂ ਇਲੈਕਸ਼ਨਸ 'ਚ ਤੈਨੂੰ ਨਾ ਖੜਾ ਕਰ ਦਈਏ। ਮੈਂ ਇਸ ਗੱਲ ਨੂੰ ਜਮਾਂ ਮਤਲਬ ਨੋਰਮਲੀ ਲੈਤਾ ਵੀ ਹੈ, ਮੈਨੂੰ ਯਕੀਨ ਨਹੀਂ ਹੋਇਆ ਉਹਨਾਂ 'ਤੇ ਵੀ ਅੱਛਾ ਮੈਨੂੰ ਕਹਿ ਰਹੇ ਹੋ। ਅਤੇ ਮੈਂ ਡਿਸਾਈਡ ਕਰਨ 'ਤੇ ਥੋੜ੍ਹਾ ਜਿਹਾ ਟਾਈਮ ਲਗਾਇਆ ਵੀ ਹਾਂਜੀ ਠੀਕ ਹੈ
ਇਸ ਚੀਜ਼ ਨੂੰ ਐਬਜ਼ਰਵ ਕੀਤਾ ਵੀ ਮੈਨੂੰ ਬਣਾਉਣ ਲਈ ਉਹ ਕਰ ਰਹੇ ਆ। ਤੇ ਫਿਰ ਉਸ ਤੋਂ ਬਾਅਦ ਮੈਂ ਕਲੈਰੀਫਾਈ ਕੀਤਾ ਵੀ ਤੁਸੀਂ ਸੱਚੀ ਚਾਹੁੰਦੇ ਹੋ ਕਿ ਵੀ ਮੈਂ ਹੀ ਬਣਾ, ਹੈ ਨਾ। ਕਈ ਵਾਰੀ ਇਹ ਹੁੰਦਾ ਵੀ ਤੁਸੀਂ ਜਾਂ ਇੱਕ ਮੈਂ ਉਹਨਾਂ ਨੂੰ ਇਹ ਵੀ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਵੀ ਪਾਪਾ ਕੱਲ੍ਹ ਨੂੰ ਇਹ ਨਾ ਹੋਵੇ ਤੁਸੀਂ ਕਹੋ ਕਿ ਵੀ ਮੈਂ ਸਰਪੰਚ ਹਾਂ ਜਿਵੇਂ ਆਮ ਤੌਰ 'ਤੇ ਹੁੰਦਾ, ਤਾਂ ਵੀ ਫਿਰ ਤੁਸੀਂ ਮੈਨੂੰ ਪੂਰੀ ਖੁੱਲ੍ਹ ਦਓਗੇ, ਮਤਲਬ ਇਹ ਨਹੀਂ ਇੰਟਰਫੇਅਰ ਨਹੀਂ ਕਰੋਗੇ, ਹੈ ਨਾ। ਤਾਂ ਉਹ ਮੇਰੀ ਗੱਲ ਉਹਨਾਂ ਨਾਲ ਪਹਿਲਾਂ ਹੀ ਕਲੀਅਰ ਹੋ ਗਈ ਸੀ। ਤੇ ਟੱਚ ਵੁੱਡ ਅੱਜ ਤੱਕ ਜੋ ਹੈਗਾ ਕੰਮ ਮੈਂ ਵਧੀਆ ਆਪਦੇ ਆਪ ਨਾਲ ਜਿਹੜਾ ਸਾਰਾ ਦੇਖ ਰੇਖ 'ਚ ਦੇਖ ਰਹੀ ਹਾਂ, ਆਪਦੀ ਦੇਖ ਰੇਖ ਦੇ ਵਿੱਚ। ਹਾਂਜੀ। ਤੇ ਫਿਰ ਉਸ ਤੋਂ ਬਾਅਦ ਬਸ ਉਦੋਂ ਡਿਸੀਜਨ ਲੈਤਾ। ਫਿਰ ਉਸ ਤੋਂ ਬਾਅਦ ਕੈਂਪੇਨਿੰਗ ਕੀਤੀ, ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ, ਮਤਲਬ ਕਈ ਤਾਂ ਇੰਨਾ ਪਿਆਰ ਕਰਦੇ ਨੇ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਔਰ ਇਲੈਕਸ਼ਨਸ ਹੋਏ ਤੇ ਜਿੱਤ ਗਏ। ਬਸ ਫਿਰ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕੀਤਾ, ਮਿਹਨਤ ਕੀਤੀ ਕਿ ਜੋ ਮੈਂ ਚੀਜ਼ਾਂ ਕਈਆਂ ਲੋਕਾਂ ਨੂੰ ਮੈਂ ਕਰਕੇ ਦਿਖਾਵਾਂ ਤਾਂ ਕਿ ਆਪਦੇ ਪਿੰਡ ਦਾ ਨਾਮ ਹੈ ਜਿਹੜਾ ਮੈਂ ਅੱਗੇ ਲੈ ਕੇ ਜਾਵਾਂ। ਜੀ। ਅੱਛਾ, ਮਤਲਬ ਉਦੋਂ ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਹਾਨੂੰ ਆ ਕੇ ਕਹਿਤਾ ਕਿ ਸਰਪੰਚ ਬਣਨਾ ਜਾਂ ਇਲੈਕਸ਼ਨ ਲੜਨਾ ਇਸ ਵਾਰ? ਉਦੋਂ ਉਮਰ ਕਿੰਨੀ ਸੀ ਤੁਹਾਡੀ? ਮੈਂ 22 ਸਾਲ ਦੀ ਸੀ ਉਦੋਂ। ਹਾਂਜੀ, 22 ਸਾਲ ਦੀ ਸੀ। ਔਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਸਰਪੰਚ ਬਣੂੰਗੀ ਕਦੇ, ਹੈ ਨਾ। ਬਟ ਚਲੋ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਆਉਂਦਾ ਜੋ ਤੁਸੀਂ ਸੋਚਦੇ ਹੋ ਕਿ ਹਾਂ ਚਲੋ ਆਪਾਂ ਐਕਸਪੀਰੀਅੰਸ ਕਰਦੇ ਹਾਂ ਇਸ ਚੀਜ਼ ਨੂੰ ਵੀ ਜ਼ਿੰਦਗੀ 'ਚ, ਫਿਰ ਪਤਾ ਨਹੀਂ ਕਦੇ ਮੌਕਾ ਮਿਲੇ ਨਾ ਮਿਲੇ, ਵੀ ਹੁਣ ਮਿਲ ਰਿਹਾ ਤਾਂ ਆਪਾਂ ਜ਼ਰੂਰ ਤਜਰਬਾ ਲਈਏ। ਸੋ ਫਿਰ ਉਸ ਤੋਂ ਬਾਅਦ ਅੱਜ ਇੱਥੇ ਆ। ਹਾਂਜੀ, ਇੱਥੇ ਹੋ। ਇੱਕ ਗੱਲ ਇਹ ਹੈ ਵੀ ਤੁਸੀਂ 22 ਸਾਲ ਦੀ ਉਮਰ ਦੇ ਵਿੱਚ ਇਹ ਲੈਣ ਪਹਿਲਾਂ ਇੰਟਰਸਟ ਕਿਤੇ ਨਾ ਕਿਤੇ ਕੋਈ ਚੀਜ਼ ਹੁੰਦਾ, ਮਤਲਬ ਘਰ ਦੇ ਵੀ ਆਪਣੇ ਦੇਖਦੇ ਹੁੰਦੇ ਆ ਵੀ ਇਹ ਚੀਜ਼ ਦਾ ਨਾ ਰਾਜਨੀਤੀ ਵਾਲੇ ਪਾਸੇ ਕੁਛ ਸੀ, ਰਾਜਨੀਤੀ ਵਾਲੇ ਪਾਸੇ ਇੰਟਰਸਟ? ਨਹੀਂ, ਇੰਨਾ ਜ਼ਿਆਦਾ ਨਹੀਂ ਸੀਗਾ। ਜ਼ਿਆਦਾ ਕੀ ਕੁਝ ਜ਼ਿਆਦਾ ਮਤਲਬ ਉਦੋਂ ਕੀ ਹੁੰਦਾ ਕਿ ਤੁਸੀਂ ਆਹ ਵੀ ਕਰਨਾ, ਤੁਸੀਂ ਉਹ ਵੀ ਕਰਨਾ, ਮਤਲਬ ਹੈ ਨਾ। ਉਹ ਲਾਈਫ ਹੀ ਇੱਦਾਂ ਦੀ ਹੁੰਦੀ ਹੈ ਜਦੋਂ ਸਾਰੇ ਆਪਾਂ ਕੋਈ ਡਿਸੀਜਨ ਇੰਨਾ ਨਹੀਂ ਲੈ ਪਾਉਂਦੇ ਹੈਗੇ। ਸਹੀ ਹੈ ਜੀ। ਤੇ ਬਟ ਇੰਨਾ ਕਲੀਅਰ ਸੀਗਾ ਮੈਨੂੰ ਸ਼ੁਰੂ ਤੋਂ ਹੀ ਕਿ ਮੈਂ ਕੁਛ ਅਜਿਹਾ ਕਰਨਾ ਜੋ ਸਿਰਫ ਮੈਨੂੰ ਨਹੀਂ, ਮੇਰੇ ਨਾਲ ਦੇ ਸਾਰਿਆਂ ਨੂੰ ਇਫੈਕਟ ਕਰਦਾ ਹੋਵੇ, ਉਹਨਾਂ ਦੇ ਲਈ ਹੋਵੇ। ਸ਼ੁਰੂ ਤੋਂ ਹੀ ਮੈਂ ਸੋਚਦੀ ਸੀ, ਜਿਵੇਂ ਬਚਪਨ ਦੇ ਵਿੱਚ ਨਾ ਮੈਂ ਬੈਠੀ ਰਹਿੰਦੀ ਤਾਂ ਮੈਂ ਇਹ ਸੋਚਦੀ ਹੁੰਦੀ ਸੀ ਵੀ ਮੇਰੇ ਕੋਲ ਇੰਨਾ ਕੁ ਪੈਸਾ ਆ ਜੇ ਮੈਂ ਆਪਦੇ ਪਿੰਡ ਨੂੰ ਕਿੱਦਾਂ ਸੋਹਣਾ ਬਣਾ ਦਾਂ। ਜਦੋਂ ਅਸੀਂ ਬਠਿੰਡੇ ਸ਼ਿਫਟ ਹੋਈ ਮੇਰੀ ਫੈਮਿਲੀ, ਤੇ ਅਸੀਂ ਪਿੰਡ ਆਇਆ ਕਰਨਾ ਦਾਦਾ ਦਾਦੀ ਕੋਲੇ। ਠੀਕ ਹੈ ਜੀ। ਤੇ ਫਿਰ ਉਦੋਂ ਦੇਖਿਆ ਕਰਨਾ ਵੀ ਯਾਰ ਇੱਥੇ ਤਾਂ ਪਾਰਕ ਵੀ ਹੈ ਨਹੀਂ, ਇੱਥੇ ਤਾਂ ਆਹ ਚੀਜ਼ਾਂ ਹੈ ਨਹੀਂ, ਉੱਥੇ ਤਾਂ ਕੂੜੇ ਵਾਲਾ ਆਉਂਦਾ, ਸਫਾਈ ਵਾਲਾ ਆਉਂਦਾ, ਹੈ ਨਾ, ਕੂੜਾ ਲੈ ਕੇ ਜਾਂਦਾ, ਵੀ ਆਪਣੇ ਪਿੰਡ 'ਚ ਇਹ ਚੀਜ਼ਾਂ ਕਿਉਂ ਹੈ ਨਹੀਂ। ਜਦੋਂ ਆਪਾਂ ਇੱਦਾਂ ਕੰਪੇਅਰ ਕਰਦੇ ਹਾਂ ਫਿਰ ਹੁੰਦਾ ਵੀ ਆਹ ਚੀਜ਼ਾਂ ਇੱਥੇ ਹੋਣੀਆਂ ਚਾਹੀਦੀਆਂ। ਫਿਰ ਇਹ ਵੀ ਦੁੱਖ ਲੱਗਦਾ ਕਿ ਆਪਾਂ ਪਿੰਡ ਛੱਡ ਕੇ ਕਿਉਂ ਗਏ, ਜੇ ਇੱਥੇ ਜੌਬਸ ਹੋਣ, ਇੱਥੇ ਬੈਟਰ ਓਪਰਚੁਨਿਟੀਜ਼ ਹੋਣ, ਤੇ ਇੰਨਾ ਸੋਹਣਾ ਮਾਹੌਲ ਹੁੰਦਾ ਆਪਣੇ ਪਿੰਡ ਦਾ, ਹੈ ਨਾ, ਵੀ ਆਪਾਂ ਇੱਥੇ ਹੀ ਰਹੀਏ। ਜੀ। ਤਾਂ ਉਹ ਚੀਜ਼ਾਂ ਫਿਰ ਹੌਲੀ ਹੌਲੀ ਦਿਮਾਗ 'ਚ ਆਉਂਦੀਆਂ ਸੀ। ਜਦੋਂ ਅਸੀਂ ਇੱਥੋਂ ਛੱਡ ਕੇ ਗਏ ਸੀ, ਮੇਰੇ ਦਾਦਾ ਜੀ ਮੈਨੂੰ ਯਾਦ ਆ ਬਹੁਤ ਜ਼ਿਆਦਾ ਰੋਏ ਸੀਗੇ। ਤਾਂ ਉਹ ਮੈਨੂੰ ਹੁੰਦਾ ਕਿ ਵੀ ਇਹ ਪਿੰਡ ਨਾ ਕਦੇ ਟੁੱਟੀਏ ਨਾ। ਅਕਸਰ ਮੈਂ ਗੁੱਸੇ ਜ਼ਰੂਰ ਹੋ ਜਾਂਦੀ ਹਾਂ ਜਦੋਂ ਕੋਈ ਚੀਜ਼ਾਂ ਹੁੰਦੀਆਂ ਨੇ, ਚਲੋ ਆਪਣੀ ਲਾਈਫ ਦਾ ਪਾਰਟ ਹੈਗਾ, ਪਰ ਮੈਂ ਵਾਪਸ ਇੱਥੇ ਹੀ ਆ ਜਾਂਦੀ ਹਾਂ। ਜਿਵੇਂ ਇਹ ਪਿੰਡ ਨਾਲ ਮੇਰੀ ਇੰਨੀ ਮੈਂ ਦੱਸ ਨਹੀਂ ਸਕਦੀ, ਪਤਾ ਨਹੀਂ ਇਹ ਕੀ ਸਾਂਝ ਆ ਜਾਂ ਕੀ ਹੈ ਕੀ ਨਹੀਂ, ਪਰ ਜਿਵੇਂ ਕਿਤੇ ਵੀ ਹੋਵਾਂ ਮੈਂ ਇੱਥੇ ਪਹੁੰਚ ਹੀ ਜਾਂਦੀ ਹਾਂ ਆਪਦੇ ਪਿੰਡ ਦੇ ਵਿੱਚ। ਮਤਲਬ ਇੰਨਾ ਕਿ ਮੈਨੂੰ ਇਸ ਪਿੰਡ ਦੇ ਨਾਲ ਲਗਾਵ ਹੈ, ਪਿਆਰ ਹੈ, ਮੁਹੱਬਤ ਹੈ, ਤੁਸੀਂ ਜੋ ਵੀ ਕਹੋ। ਇੰਨਾ ਪਿਆਰ ਹੈ ਜੀ, ਬਿਲਕੁਲ। ਅੱਛਾ, ਮਤਲਬ ਪਿੰਡ ਦੇ ਪਿਆਰ ਨੇ, ਪਿੰਡ ਦੇ ਨਾਲ ਇੱਕ ਹੁੰਦਾ, ਮਤਲਬ ਕਹਿੰਦੇ ਆ ਵੀ ਜੋ ਅਸੀਂ ਸੋਚਦੇ ਹਾਂ ਕੁਦਰਤ ਕਿਤੇ ਨਾ ਕਿਤੇ ਉਹਦੇ ਲਈ ਕੁਝ ਨਾ ਕੁਝ ਬਣਾਉਣਾ ਵੀ ਸ਼ੁਰੂ ਕਰ ਦਿੰਦੀ ਹੈ। ਵੀ ਜਦੋਂ ਇੱਕ ਫਿਲਮ 'ਚ ਵੀ ਡਾਇਲੋਗ ਹੈ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਦਿਲੋਂ ਚਾਹੁੰਦੇ ਆ ਤਾਂ ਪੂਰੀ ਕਾਇਨਾਤ ਉਹਨੂੰ ਮਿਲਾਉਣ ਤੇ ਲੱਗ ਜਾਂਦੀ ਹੈ। ਵੀ ਤੁਹਾਡੇ ਦਿਲ 'ਚ ਸੀ ਕਿ ਪਿੰਡ ਲਈ ਕੁਝ ਕਰਨਾ, ਬਚਪਨ ਤੋਂ ਹੀ ਸੀ। ਜੀ, ਇਹ ਸੀਗਾ, ਬਸ ਰਾਹ ਨਹੀਂ ਪਤਾ ਸੀਗਾ। ਤੇ ਜਦੋਂ ਰਾਹ ਆਇਆ, ਹੈ ਨਾ, ਜਦੋਂ ਰੱਬ ਨੇ ਜਾਂ ਕੁਦਰਤ ਨੇ ਮੰਜ਼ਿਲ ਦਿਖਾਈ ਜਾਂ ਕੁਛ ਵੀ ਲਗਾ ਲਓ ਤੁਸੀਂ, ਤੇ ਬਟ ਉਦੋਂ ਮੇਰੇ ਮੂੰਹੋਂ ਵੀ ਹਾਂ ਹੋਈ। ਮਤਲਬ ਇਹ ਨਹੀਂ ਸੀ ਕਿ ਨਹੀਂ ਯਾਰ ਮੈਂ ਤਾਂ ਆਪਦੀ ਪੜ੍ਹਾਈ ਕਰਨੀ ਹੈ, ਮੈਂ ਕਿਉਂ ਆਪਦੇ 5 ਸਾਲ ਖਰਾਬ ਕਰਾਂ ਜ਼ਿੰਦਗੀ ਦੇ, ਜਿਵੇਂ ਹੁਣ ਮੈਨੂੰ ਅਕਸਰ ਇਹ ਚੀਜ਼ ਕਹਿ ਦਿੱਤੀ ਜਾਂਦੀ ਹੈ। ਬਟ ਮੈਂ ਇਹ ਕੁਛ ਨਹੀਂ ਸੋਚਿਆ। ਮੈਂ ਸਿਰਫ ਇਹ ਸੋਚਿਆ ਸੀ ਉਦੋਂ ਕਿ ਇੱਕ ਮੌਕਾ ਹੈ ਮੇਰੇ ਲਈ, ਮੈਨੂੰ ਗਵਾਉਣਾ ਨਹੀਂ ਚਾਹੀਦਾ। ਤੇ ਫਿਰ ਬਸ ਮੈਂ ਆਪਣੇ ਪਿੰਡ ਦੇ ਲਈ ਕੀਤਾ ਜੋ ਕੀਤਾ। ਇੱਕ ਇਹ ਵੀ ਹੈ ਵੀ 22 ਸਾਲ ਦੀ ਉਮਰ ਦੀ ਲੜਕੀ ਨੂੰ ਬਹੁਤੇ ਆਮ ਪਿੰਡਾਂ ਦੇ ਵਿੱਚ, ਹਾਲਾਂਕਿ ਆਪਾਂ ਜਿਹੜੇ ਬਠਿੰਡੇ ਵਾਲੇ ਆ ਆਪਾਂ ਨੂੰ ਤਾਂ ਪਛੜੇ ਕਿਹਾ ਜਾਂਦਾ, ਬਠਿੰਡੇ ਤੋਂ ਅੱਗੇ ਤੁਸੀਂ ਤਾਂ ਮੌੜ ਹਲਕੇ ਜਾ ਗਏ, ਮਤਲਬ ਜਿਵੇਂ ਮਾਨਸਾ ਵਾਲੇ ਪਾਸੇ ਨੂੰ ਜਾਂਦੇ, ਟਿੱਬਿਆਂ ਵਾਲੇ, ਸਿੱਧੂ ਮੂਸੇ ਵਾਲਾ ਕਹਿੰਦਾ ਟਿੱਬਿਆਂ ਦਾ ਪਿੰਡ ਹੈ। ਮਤਲਬ ਟਿੱਬਿਆਂ ਵਾਲਿਆਂ ਦੀ ਤਾਂ ਮਤਲਬ ਪਰਿਵਾਰ ਦੀ ਇਹ ਹੁੰਦਾ ਵੀ ਕੁੜੀਆਂ ਦਾ ਉਹ ਜਿਹੜਾ ਪੁਰਾਣਾ ਸਿਸਟਮ, ਮਤਲਬ ਫੈਮਿਲੀ ਦਾ ਇਹ ਇਸ ਤਰੀਕੇ ਨਾਲ ਤੁਹਾਨੂੰ ਆ ਕੇ ਕਹਿ ਦੇਣਾ, ਇਹ ਕਿਸ ਤਰੀਕੇ ਕਿਵੇਂ ਉਹਨਾਂ ਨੂੰ ਹੋਇਆ? ਸਭ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਕੀਤੀ ਪਛੜਿਆਂ ਨੇ ਹੋਈ, ਹੈ ਨਾ, ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ। ਤੇ ਮੈਂ ਇਸੇ ਦਾਗ ਨੂੰ ਹੀ ਧੋਣਾ ਚਾਹੁੰਦੀ ਹਾਂ, ਆਪਣੇ ਬਠਿੰਡੇ ਦਾ ਲਾ ਲਓ, ਮੌੜ ਦਾ ਲਾ ਲਓ, ਜਾਂ ਟਿੱਬਿਆਂ ਦਾ ਲਾ ਲਓ। ਔਰ
ਈਵਨ ਇੱਕ ਵਾਰੀ ਕੋਈ ਸਾਡੇ ਵਿਜ਼ਿਟ ਵੀ ਕਰਨ ਆਇਆ ਸੀਗਾ, ਉਹਨਾਂ ਨੇ ਵੀ ਇਹ ਕੰਪੇਅਰ ਕੀਤਾ ਵੀ ਹਾਂ ਇੱਧਰ ਨੂੰ ਜਾਂਦੇ ਆ, ਇੱਧਰ ਨੂੰ ਜਾਂਦੇ ਆ, ਤਾਂ ਆਹ ਚੀਜ਼ਾਂ ਤੁਹਾਡੇ ਲਈ ਨਵੀਆਂ ਨੇ, ਫਲਾਨਾ ਨੇ, ਤਾਂ ਉਹ ਚੀਜ਼ਾਂ ਬੁਰੀਆਂ ਜ਼ਰੂਰ ਲੱਗਦੀਆਂ ਇੱਕ ਲੈਵਲ ਤੇ। ਮੈਂ ਇਸੇ ਲਈ ਚਾਹੁੰਦੀ ਹਾਂ ਵੀ ਇਹ ਦਾਗ ਹੈ ਜਿਹੜਾ ਸਾਡੇ ਤੋਂ ਧੋਇਆ ਜਾਵੇ। ਦੂਸਰੀ ਤੁਸੀਂ ਕਿਹਾ ਕਿ ਫੈਮਿਲੀ ਨੇ ਕਿੱਦਾਂ ਉਹ ਕੀਤਾ, ਸੋ ਇਹ ਤਾਂ ਦੇਖੋ ਜੀ ਮੇਰੀ ਫੈਮਿਲੀ ਦੀ ਸੋਚ ਹੈ ਜੋ ਸ਼ੁਰੂ ਤੋਂ ਹੀ ਇੱਦਾਂ। ਪਹਿਲਾਂ ਮੇਰੇ ਮੰਮਾ ਨੇ ਵੀ ਵਿਆਹ ਤੋਂ ਬਾਅਦ ਜੌਬ ਲੱਗੇ, ਪੜ੍ਹਾਈ ਜਾਰੀ ਰੱਖੀ, ਮਤਲਬ ਕਦੇ ਉਹਨਾਂ ਨੂੰ ਵੀ ਕੋਈ ਇੱਦਾਂ ਦੀ ਰੋਕ ਟੋਕ ਨਹੀਂ ਸੀਗੀ। ਤਾਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਸੁਭਾਅ ਹੀ ਇੱਦਾਂ ਦਾ ਹੈਗਾ ਵੀ ਕੋਈ ਉਹ ਜ਼ਿਆਦਾ ਕਿਸੇ ਤੇ ਇੱਦਾਂ ਉਹ ਨਹੀਂ ਕਰਦੇ ਕਿ ਹਾਂਜੀ ਜਿਵੇਂ ਹੁੰਦਾ ਨਾ ਕਿ ਮਰਦ ਪ੍ਰਧਾਨ ਸਮਾਜ ਆ, ਮੇਰੀ ਚੱਲੂਗੀ ਜਾਂ ਮੇਰੇ ਹਿਸਾਬ ਨਾਲ ਕਰੋਗੇ, ਇੱਦਾਂ ਨਹੀਂ। ਸਾਡੇ ਪਰਿਵਾਰ 'ਚ ਬਹੁਤ ਖੁੱਲ੍ਹਾ ਮਾਹੌਲ ਰਿਹਾ। ਮੇਰੇ ਦਾਦਾ ਦਾਦੀ ਜੀ ਵੀ ਕਾਫੀ ਮਤਲਬ ਵਧੀਆ ਸੋਚ ਰੱਖਦੇ ਸੀਗੇ, ਔਰ ਉਹ ਸ਼ੁਰੂ ਤੋਂ ਹੀ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਤੂੰ ਕੁੜੀ ਹੈ, ਤੂੰ ਇਹ ਨਹੀਂ ਕਰ ਸਕਦੀ ਜਾਂ ਉਹ ਨਹੀਂ ਕਰ ਸਕਦੀ। ਈਵਨ ਮੇਰੀ ਫੈਮਿਲੀ ਖੁਦ ਮੈਨੂੰ ਜਿਵੇਂ ਕਹਿੰਦੇ ਹੁੰਦੇ ਆ ਵੀ ਧੱਕੇ ਨਾਲ ਲਗਾ ਕੇ ਵੀ ਉਹ ਕਹਿੰਦੇ ਮਤਲਬ ਸਪੋਰਟ ਕਰਦੀ ਹੈ ਵੀ ਹਾਂ ਇਹ ਚੀਜ਼ ਤੂੰ ਕਰਨੀ ਹੈ, ਤੇਰੇ ਲਈ ਬੈਟਰ ਹੈ। ਜੇ ਮੈਂ ਅੱਜ ਇੱਥੇ ਬੈਠ ਕੇ ਤੁਹਾਡੇ ਸਾਹਮਣੇ ਬੋਲ ਰਹੀ ਹਾਂ ਹੈ ਨਾ, ਤਰੀਕੇ ਨਾਲ ਗੱਲਾਂ ਕਰ ਰਹੀ ਹਾਂ, ਤਾਂ ਮੇਰੀ ਫੈਮਿਲੀ ਦੀ ਕਿਤੇ ਨਾ ਕਿਤੇ ਸਪੋਰਟ ਰਹੀ ਹੈ। ਮੈਂ ਸਟੇਜ ਫੀਅਰ ਹਰੇਕ ਨੂੰ ਹੁੰਦਾ, ਆਪਾਂ ਸਟੇਜ ਤੇ ਪਹਿਲਾਂ ਚੜ੍ਹਦੇ ਨਹੀਂ ਹੈਗੇ ਹੈ ਨਾ, ਤਾਂ ਉੱਥੇ ਵੀ ਧੱਕੇ ਨਾਲ ਮੇਰੇ ਡੈਡੀ ਨੇ ਮੈਨੂੰ ਚੜਾਇਆ, ਲੜ ਕੇ, ਕਿਉਂ ਨਹੀਂ ਜਾਣਾ, ਚੱਲ ਉੱਥੇ ਤੂੰ ਕਰ, ਉਹ ਤੂੰ ਕਰ ਸਕਦੀ ਹੈ, ਕਿਉਂ ਨਹੀਂ ਕਰ ਸਕਦੀ। ਜਦੋਂ ਇਹ ਚੀਜ਼ਾਂ ਹੁੰਦੀਆਂ ਫਿਰ ਤੁਸੀਂ ਕਿਵੇਂ ਪਿੱਛੇ ਹਟ ਸਕਦੇ ਹੋ। ਤਾਂ ਮੇਰੀ ਫੈਮਿਲੀ ਦਾ ਸ਼ੁਰੂ ਤੋਂ ਹੀ ਮੈਨੂੰ ਸਪੋਰਟ ਰਿਹਾ। ਈਵਨ ਕਾਲਜ ਟਾਈਮ ਵੀ ਜਾਂ ਸਕੂਲ ਟਾਈਮ ਜਿਵੇਂ ਆਪਾਂ ਟ੍ਰਿਪ ਵਗੈਰਾ ਤੇ ਜਾਂਦੇ ਆ, ਤਾਂ ਮੈਂ ਕਦੇ ਇਹ ਨਹੀਂ ਕਿਸੇ ਨੂੰ ਕਹਿੰਦੀ ਹੁੰਦੀ ਸੀ ਕਿ ਵੀ ਮੈਂ ਘਰੋਂ ਪੁੱਛ ਕੇ ਦੱਸੂਗੀ। ਕੀ ਹੁੰਦਾ ਸੀ ਕਿ ਵੀ ਹਾਂਜੀ ਮੈਨੂੰ ਪਤਾ ਮੇਰੀ ਫੈਮਿਲੀ ਨੇ ਕਦੇ ਮੈਨੂੰ ਮਨਾ ਨਹੀਂ ਕਰਨਾ ਹੈਗਾ, ਅਲਾਓ ਕਰ ਦੇਣਗੇ, ਮੈਂ ਹਾਂ ਕਰ ਦਿੰਦੀ ਸੀ। ਤੇ ਉੱਥੇ ਮੈਂ ਆਪਦੇ ਜੇ ਨਾਲ ਦੀਆਂ ਫਰੈਂਡਸ ਨੂੰ ਦੇਖਦੀ ਸੀ ਤਾਂ ਉਹਨਾਂ ਦਾ ਹੁੰਦਾ ਸੀ ਯਾਰ ਪੁੱਛ ਕੇ ਦੱਸਾਂਗੇ, ਜਾਂ ਉਹ ਮਨਾ ਹੀ ਕਰ ਦਿੰਦੀਆਂ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸਾਡੀ ਫੈਮਿਲੀ ਨੇ ਮਨਾ ਕਰ ਦੇਣਾ ਹੈਗਾ। ਤਾਂ ਇਹ ਡਿਫਰੈਂਸ ਤਾਂ ਸ਼ੁਰੂ ਤੋਂ ਹੀ ਸੀਗਾ। ਮੈਂ ਦੇਖਦੀ ਸੀ, ਨਾਲ ਦਿਆਂ ਨਾਲ ਦੇਖਦੀ ਸੀ, ਤੇ ਮੇਰੀ ਫੈਮਿਲੀ ਨੇ ਕਦੇ ਮੈਨੂੰ ਕਿਸੇ ਜਿਵੇਂ ਸਪੋਰਟਸ ਦੇ ਵਿੱਚ ਜਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਪਾਰਟ ਲੈਣਾ, ਕਦੇ ਮੈਨੂੰ ਕੋਈ ਐਂ ਪੜ੍ਹਾਈ ਲਈ ਪ੍ਰੈਸ਼ਰ ਨਹੀਂ ਕੀਤਾ, ਕਿਸੇ ਚੀਜ਼ ਲਈ ਪ੍ਰੈਸ਼ਰ ਨਹੀਂ ਕੀਤਾ। ਆਲਦੋ ਬਸ ਸਪੋਰਟ ਹੀ ਕੀਤਾ, ਹੋਰ ਕੁਝ ਨਹੀਂ। ਸਪੋਰਟ ਹੀ ਕੀਤਾ। ਹਾਂਜੀ। ਅੱਛਾ, ਇੱਕ ਤੁਸੀਂ ਗੱਲ ਵਿੱਚ ਕਹੀ ਹੈਗੀ, ਹੈ ਤਾਂ ਵੈਸੇ ਲੜਕੀਆਂ ਦੀ ਜ਼ਿੰਦਗੀ ਨਾਲ ਹੀ ਸਵਾਲ ਹੈ, ਇਹ ਜਿਵੇਂ ਰੋਕਣਾ ਟੋਕਣਾ ਵੀ ਤੂੰ ਇਹ ਨਹੀਂ ਕਰ ਸਕਦੀ, ਉਹਦੇ ਨਾਲ ਬੱਚਾ ਜ਼ਿਆਦਾ ਸਿਆਣਾ ਰਹਿੰਦਾ, ਜਾਂ ਖੁੱਲ੍ਹ ਦੇ ਕੇ ਸਮਝਾ ਕੇ ਵੀ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ ਇਸ ਤਰੀਕੇ ਨਾਲ, ਹਾਂ ਕੋਈ ਗੱਲ ਨਹੀਂ ਸਾਡੀ, ਹਾਂ ਉਹਦੇ ਨਾਲ ਜ਼ਿਆਦਾ ਬੱਚਾ ਅੱਗੇ ਵੱਧਦਾ? ਇੱਥੇ ਦੋਨੋਂ ਹੀ ਚੀਜ਼ਾਂ ਆ ਜਾਂਦੀਆਂ ਨੇ। ਮਤਲਬ ਵੀ ਜੇ ਤਾਂ ਦੇਖੋ ਆਪਾਂ ਪੂਰੀ ਖੁੱਲ੍ਹ ਦੇ ਦਾਂਗੇ ਫਿਰ ਵੀ ਕੰਮ ਖਰਾਬ ਹੋ ਜਾਊਗਾ, ਜੇ ਆਪਾਂ ਪੂਰਾ ਬੰਨ੍ਹ ਕੇ ਰੱਖ ਲਾਂਗੇ ਤਾਂ ਗਰੋਥ ਹੀ ਨਹੀਂ ਹੋਣੀ ਹੈਗੀ। ਤਾਂ ਇਹ ਕਿਤੇ ਨਾ ਕਿਤੇ ਬੈਲੈਂਸ ਕਰਨਾ ਜ਼ਰੂਰੀ ਹੈ ਸਾਨੂੰ। ਇਹ ਕਿਉਂਕਿ ਆਪਾਂ ਨੂੰ ਦਿਖਣ ਲੱਗ ਜਾਂਦਾ ਜੇ ਕਿਸੇ ਦਾ ਸਾਹ ਘੁੱਟ ਰਿਹਾ, ਜੇ ਕਿਸੇ ਨੂੰ ਪ੍ਰੋਬਲਮ ਹੋ ਰਹੀ ਹੈ ਤਾਂ ਆਪਾਂ ਉੱਥੇ ਉਹਨੂੰ ਖੁੱਲ੍ਹ ਦੇਣੀ ਚਾਹੀਦੀ ਹੈ। ਪਤਾ ਲੱਗ ਜਾਂਦਾ ਆਪਾਂ ਨੂੰ ਵੀ ਯਾਰ ਨਹੀਂ ਆਹ ਕੁਝ ਜ਼ਿਆਦਾ ਹੋ ਰਿਹਾ, ਆਪਣੀ ਇੰਨੀ ਇੱਕ ਲਾਈਨ ਹੈ, ਆਪਾਂ ਨੂੰ ਇੱਥੇ ਰੁਕ ਜਾਣਾ ਚਾਹੀਦਾ। ਪਰ ਜੇ ਕੋਈ ਜ਼ਿਆਦਾ ਖੁੱਲ੍ਹ ਰਿਹਾ ਤਾਂ ਉਹਨੂੰ ਕਿੱਦਾਂ ਉਹ ਕਰਨਾ, ਉਹ ਵੀ ਪੇਰੈਂਟਸ ਨੂੰ ਪਤਾ ਹੁੰਦਾ, ਕਿਉਂਕਿ ਪੇਰੈਂਟਸ ਸਭ ਤੋਂ ਜ਼ਿਆਦਾ ਆਪਣੇ ਬੱਚਿਆਂ ਲਈ ਕੋਈ ਨਹੀਂ ਸਮਝ ਸਕਦਾ। ਇੱਕ ਪੇਰੈਂਟਸ ਹੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਇਹ ਚਾਹੁੰਦਾ ਹੈ, ਉਹ ਇੱਧਰ ਨੂੰ ਜਾ ਰਿਹਾ ਤਾਂ ਕਿਉਂ ਜਾ ਰਿਹਾ ਤੇ ਕਿੰਨਾ ਕੁ ਨੂੰ ਜਾਣਾ ਚਾਹੀਦਾ। ਜੇ ਹੁਣ ਮੋਬਾਈਲ ਫੋਨ ਅੱਜ ਕੱਲ੍ਹ ਬੱਚੇ ਯੂਜ਼ ਕਰਦੇ ਆ, ਠੀਕ ਹੈ, ਬਾਹਰ ਅੰਦਰ ਜਾਂਦੇ ਆ, ਪੇਰੈਂਟਸ ਨੂੰ ਉਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਤੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮਤਲਬ ਤੁਸੀਂ 24 ਘੰਟੇ ਉਹਨਾਂ ਨੂੰ ਰੋਕਿਓ, ਫੋਨ ਨਹੀਂ ਯੂਜ਼ ਕਰਨਾ, ਆਈ ਨਹੀਂ ਕਰਨਾ, ਉਹ ਨਹੀਂ ਕਰਨਾ, ਠੀਕ ਹੈ, ਇੱਕ ਲਿਮਿਟ ਤੱਕ। ਕਿਉਂਕਿ ਅੱਜ ਕੱਲ੍ਹ ਅਸੀਂ ਫੋਨਸ ਬਿਨਾਂ ਨਹੀਂ ਰਹਿ ਸਕਦੇ, ਬਾਹਰ ਅੰਦਰ ਜਾਣ ਬਿਨਾਂ ਵੀ ਨਹੀਂ ਰਹਿ ਸਕਦੇ, ਆਪਾਂ ਉਹਨੂੰ ਰੋਕ ਨਹੀਂ ਸਕਦੇ ਉਹਨਾਂ ਚੀਜ਼ਾਂ ਨੂੰ। ਤਾਂ ਇੱਕ ਲਿਮਿਟ ਤੱਕ ਪੇਰੈਂਟਸ ਨੂੰ ਹੈ ਜਿਹੜਾ ਰੋਕਣਾ ਚਾਹੀਦਾ, ਤਾਂ ਕਿ ਬੱਚਾ ਨਾ ਤਾਂ ਜ਼ਿਆਦਾ ਖੁੱਲ੍ਹੇ 'ਚ ਵਿਗੜ ਜੇ ਤੇ ਨਾ ਹੀ ਜੇ ਉਹਦੇ ਨਾਲ ਇੰਨਾ ਕੁ ਧੱਕਾ ਹੋਵੇ, ਮੈਂਟਲ ਅੱਜ ਕੱਲ੍ਹ ਬਿਮਾਰੀਆਂ ਜਿਵੇਂ ਹੁੰਦੀਆਂ ਡਿਪਰੈਸ਼ਨ, ਐਨਜ਼ਾਈਟੀ, ਉਹ ਵੀ ਨਾ ਹੋਣ। ਤਾਂ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਬੈਲੈਂਸ ਰੱਖਣਾ ਜ਼ਰੂਰੀ ਹੈ, ਜੋ ਕੁਦਰਤ ਦਾ ਨਿਯਮ ਹੈ ਬੈਲੈਂਸ ਦਾ, ਤੇ ਉਹ ਬੈਲੈਂਸ ਅਪਣਾਉਣਾ ਇੱਥੇ ਵੀ ਜ਼ਰੂਰੀ ਹੈ। ਅੱਛਾ, ਇੱਕ ਗੱਲ ਹੁਣ ਮੈਂ ਦੇਖ ਰਿਹਾ ਸੀ ਪਿੰਡ ਦੇ ਵਿੱਚ ਕੰਮਾਂ ਨੂੰ ਲੈ ਕੇ, ਜਦੋਂ ਤੁਸੀਂ ਬਣੇ ਹੋ ਉਦੋਂ ਕਿਹੜੀਆਂ ਕਮੀਆਂ ਸੀ ਜਿਹੜੀਆਂ ਤੁਸੀਂ ਬਣਨ ਤੋਂ ਬਾਅਦ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂ ਸੁਧਾਰ ਗਏ? ਜੀ, ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਮੈਨੂੰ ਇਹ ਹੁੰਦਾ ਸੀ ਯਾਰ ਪਾਰਕ ਕਿਉਂ ਨਹੀਂ ਹੈਗਾ, ਕਿਉਂਕਿ ਅਸੀਂ ਗਲੀਆਂ 'ਚ ਖੇਡਦੇ ਸੀ, ਮੈਨੂੰ ਯਾਦ ਹੈ, ਜਾਂ ਰੂੜੀਆਂ 'ਤੇ ਖੇਲਦੇ ਸੀਗੇ, ਗਲੀਆਂ 'ਚ ਖੇਲਦੇ ਸੀਗੇ। ਤਾਂ ਫਿਰ ਮੈਨੂੰ ਇਹ ਹੁੰਦਾ ਸੀ ਯਾਰ ਕੋਈ ਜਗ੍ਹਾ ਤਾਂ ਹੋਵੇ। ਜਦੋਂ ਅਸੀਂ ਬਠਿੰਡੇ ਗਏ ਤਾਂ ਉੱਥੇ ਪਾਰਕ ਸੀਗਾ, ਤਾਂ ਉਹ ਚੀਜ਼ ਮੈਂ ਚਾਹੁੰਦੀ ਸੀ ਪਿੰਡ ਦੇ ਵਿੱਚ ਹੋਵੇ। ਤਾਂ ਅਸੀਂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਐਕਚੁਅਲੀ ਲਾਇਬ੍ਰੇਰੀ ਹੀ ਬਣਾਈ ਸੀਗੀ, ਫਿਰ ਉਸ ਤੋਂ ਬਾਅਦ ਪਾਰਕ ਬਣਾਇਆ। ਸਕੂਲ ਦਾ ਮੈਨੂੰ ਬਹੁਤ ਸੀਗਾ ਕਿ ਵੀ ਸਕੂਲ ਦੀ ਛੱਤ ਡਿੱਗਣ ਵਾਲੀ ਹੈ, ਵੀ ਬਹੁਤ ਜ਼ਿਆਦਾ ਗੰਦੀ ਸਟੇਟ ਦੇ ਵਿੱਚ ਸੀਗਾ। ਤਾਂ ਉਦੋਂ ਸੀਗਾ ਕਿ ਆਪਾਂ ਯਾਰ ਸਕੂਲ ਸਭ ਤੋਂ ਪਹਿਲਾਂ ਬਣਾਈਏ, ਬਟ ਫਿਰ ਤੁਹਾਨੂੰ ਪਤਾ ਕੁਝ ਫੰਡਸ ਵਗੈਰਾ ਦੀ ਵੀ ਚੀਜ਼ਾਂ ਹੁੰਦੀਆਂ ਨੇ, ਆਪਾਂ ਦੇਖਣੀਆਂ ਪੈਂਦੀਆਂ ਹੈ ਨਾ। ਫਿਰ ਉਸ ਤੋਂ ਬਾਅਦ ਅਸੀਂ ਸਕੂਲ ਵੀ ਬਣਾਇਆ,
ਖੇਡ ਗਰਾਊਂਡ ਦੀ ਜਿਹੜੀ 4 ਦੀਵਾਰੀ ਹੈ ਉਹਦਾ ਵੀ ਕੰਮ ਕੀਤਾ, ਜਿਮ ਰੂਮ ਤਿਆਰ ਹੈਗਾ ਬਟ ਹਲੇ ਸਾਡੇ ਕੋਲ ਇਕਵਿਪਮੈਂਟਸ ਨਹੀਂ ਹੈਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਹ ਜਿਹੜੇ ਜਿਮ ਦੇ ਇਕਵਿਪਮੈਂਟਸ ਆ ਉਹ ਲੈ ਕੇ ਆਉਂਗੀ ਆਪਣੇ ਪਿੰਡ ਦੇ ਵਿੱਚ। ਔਰ ਦੂਸਰੀ ਚੀਜ਼ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਇੱਕ ਸੋਲਿਡ ਵੇਸਟ ਮੈਨੇਜਮੈਂਟ ਦਾ, ਠੀਕ ਹੈ ਜੀ, ਹੈ ਨਾ, ਕਿ ਵੀ ਉੱਥੇ ਤਾਂ ਸਫਾਈ ਸੇਵਕ ਹੈਗਾ ਤੇ ਇੱਥੇ ਨਹੀਂ। ਤੇ ਇਹ ਮੇਰੀ ਜਿਹੜਾ ਇੱਕ ਪ੍ਰੋਸੈਸ ਆ ਇਹ ਚੱਲ ਰਿਹਾ, ਹਾਲੇ ਵੀ ਮੈਂ ਲੋਕਾਂ ਨੂੰ ਜਾਗਰੂਕ ਕਰ ਰਹੀ ਹਾਂ ਇਸ ਦੇ ਲਈ ਕਿ ਆਪਾਂ ਪਿੰਡ ਨੂੰ ਕਿੱਦਾਂ ਸਾਫ਼ ਰੱਖੀਏ, ਕਿੱਦਾਂ ਸਾਨੂੰ ਸਾਫ਼ ਰੱਖਣਾ ਚਾਹੀਦਾ ਤੇ ਕਿਉਂ ਰੱਖਣਾ ਚਾਹੀਦਾ। ਇਹ ਪ੍ਰੋਸੈਸ ਚੱਲ ਰਿਹਾ ਔਰ ਇਹ ਪ੍ਰੋਜੈਕਟ ਵੀ ਪਿੰਡ ਦੇ ਵਿੱਚ ਚੱਲ ਰਿਹਾ। ਉਸ ਤੋਂ ਬਾਅਦ ਸੀਗਾ ਮੇਰਾ ਇੱਕ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਦਾ, ਤੇ ਮਤਲਬ ਮੈਨੂੰ ਇਹ ਸੀ ਪਲਾਸਟਿਕ ਤੋਂ ਨਾ ਕਾਫੀ ਚੀਜ਼ਾਂ ਆਪਾਂ ਨੂੰ ਪਤਾ ਲੱਗ ਜਾਂਦੀਆਂ ਜਦੋਂ ਅਵੇਅਰ ਹੋ ਜਾਂਦੀਆਂ, ਫਿਰ ਆਪਾਂ ਜਾਗਰੂਕ ਹੋ ਕੇ ਦੂਜਿਆਂ ਨੂੰ ਵੀ ਕਰਦੇ ਹਾਂ ਵੀ ਯਾਰ ਪਲਾਸਟਿਕ ਸਾਡੇ ਲਈ ਬਹੁਤ ਜ਼ਿਆਦਾ ਖਰਾਬ ਚੀਜ਼ ਹੈ ਨਾ। ਤੇ ਹੁਣ ਤਾਂ ਈਵਨ ਸਟੱਡੀਜ਼ ਵੀ ਆ ਗਈਆਂ ਵੀ ਰੌਕਸ ਦੇ ਵਿੱਚ ਵੀ ਮਾਈਕਰੋ ਪਲਾਸਟਿਕ ਪਾਇਆ ਜਾਂਦਾ ਹੈ, ਮੱਛਲੀਆਂ ਖਾ ਜਾਂਦੀਆਂ ਉਹਨਾਂ ਨੂੰ, ਫਿਰ ਆਪਾਂ ਖਾਂਦੇ ਹਾਂ, ਆਪਣੇ 'ਚ ਵੀ ਆ ਰਿਹਾ, ਫੂਡ ਚੇਨ ਦੇ ਵਿੱਚ ਆ ਰਿਹਾ ਹੈਗਾ, ਜਿਹਦੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ। ਤਾਂ ਇਹ ਚੀਜ਼ਾਂ ਲਈ ਸਾਨੂੰ ਕੁਛ ਨਾ ਕੁਛ ਸਟੈਪ ਲੈਣੇ ਜ਼ਰੂਰੀ ਹੈ। ਇਸ ਦੇ ਵਿੱਚ ਹੁਣ ਸਵੱਛ ਭਾਰਤ ਮਿਸ਼ਨ ਇੱਕ ਸਕੀਮ ਹੈ ਜਿਹਦੇ ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਆ, ਤਾਂ ਉਹੀ ਚੀਜ਼ ਅਸੀਂ ਆਪਣੇ ਪਿੰਡ ਦੇ ਵਿੱਚ ਲਗਾ ਰਹੇ ਹਾਂ। ਠੀਕ ਹੈ ਜੀ, ਹਾਂਜੀ, ਤਾਂ ਕਿ ਪਲਾਸਟਿਕ ਹੈ ਜਿਹੜਾ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ। ਇਹ ਇੱਕ ਮੈਂ ਕਹੂੰਗੀ ਸੋਲਿਊਸ਼ਨ ਹਾਲੇ ਤੱਕ ਜੋ ਮਿਲਿਆ, ਕਿਉਂਕਿ ਤੁਹਾਨੂੰ ਪਤਾ ਪਲਾਸਟਿਕ ਗਲਦਾ ਨਹੀਂ ਹੈ, ਇਹਦਾ ਹਾਲੇ ਤੱਕ ਕੋਈ ਇਹੋ ਜਿਹਾ ਜੇ ਪ੍ਰਤੱਖ ਜਿਹੜਾ ਹੁੰਦਾ ਹੈ ਨਾ ਸੋਲਿਊਸ਼ਨ ਨਹੀਂ ਮਿਲਿਆ। ਪਰ ਇਹ ਇੱਕ ਹੈਗਾ ਕਿ ਵੀ ਆਪਾਂ ਉਹਨੂੰ ਕ੍ਰਸ਼ ਕਰਕੇ ਉਹ ਤੋਂ ਚੀਜ਼ਾਂ ਬਣਾ ਕੇ ਉਹਨੂੰ ਰੀਯੂਜ਼ ਕਰੀਏ ਜੀ। ਤਾਂ ਅਸੀਂ ਇੱਧਰ ਨੂੰ ਕਦਮ ਵਧਾਏ ਨੇ। ਜੀ, ਮੈਂ ਲਾਇਬ੍ਰੇਰੀ ਦੇਖ ਰਿਹਾ, ਲਾਇਬ੍ਰੇਰੀ ਬਹੁਤ ਸੋਹਣੀ ਹੈ ਤੇ ਬਹੁਤ ਘੱਟ ਪਿੰਡਾਂ 'ਚ ਲਾਇਬ੍ਰੇਰੀ ਹੈ। ਤੇ ਹਾਲਾਂਕਿ ਲਾਇਬ੍ਰੇਰੀਆਂ ਪਿੰਡ ਹੋਣੀਆਂ ਚਾਹੀਦੀਆਂ, ਪਹਿਲੀ ਗੱਲ ਤਾਂ ਇਹ ਘਰ 'ਚ ਹੀ ਹੋਣੀਆਂ ਚਾਹੀਦੀਆਂ, ਜ਼ਰੂਰੀ ਹੈ। ਤੁਸੀਂ ਕਹਿੰਦੇ ਸਭ ਤੋਂ ਪਹਿਲਾਂ ਇਹ ਬਣਾਈ, ਇਹ ਕਿਵੇਂ ਮਨ 'ਚ? ਹੁਣ ਚਲੋ ਤੁਸੀਂ ਪਾਰਕ ਦਾ, ਤੁਸੀਂ ਬਠਿੰਡੇ ਗਏ ਹੋ, ਨਹੀਂ ਮਿਲਿਆ ਪਾਰਕ ਤੁਹਾਨੂੰ ਇੱਥੇ ਆ ਕੇ, ਇਹਦਾ ਕਿਵੇਂ ਖਿਆਲ ਆਇਆ? ਇਹਦਾ ਐਕਚੁਅਲੀ ਮਤਲਬ ਜਦੋਂ ਮੈਂ ਦਿੱਲੀ ਪੜ੍ਹਦੀ ਸੀ ਤਾਂ ਅਸੀਂ ਉੱਥੇ ਲਾਇਬ੍ਰੇਰੀ 'ਤੇ ਜਾਂਦੇ ਸੀਗੇ, ਅਤੇ ਉਹ ਜਿਹੜਾ ਲਾਇਬ੍ਰੇਰੀ ਦਾ ਮਾਹੌਲ ਹੁੰਦਾ ਮੈਨੂੰ ਬਹੁਤ ਪਸੰਦ ਹੈ। ਘਰੇ ਤੁਸੀਂ ਉਸ ਮਾਹੌਲ ਜਿਹੜਾ ਹੁੰਦਾ ਨਹੀਂ ਪੜ੍ਹ ਸਕਦੇ, ਚਾਹੇ ਤੁਸੀਂ ਜਿੰਨੀ ਵੀ ਕੋਸ਼ਿਸ਼ ਕਰ ਲਓ, ਹਾਂ ਠੀਕ ਹੈ ਪੜ੍ਹ ਲਓਗੇ ਬਟ ਉਹਨਾਂ ਫੋਕਸ ਨਹੀਂ ਬਣਦਾ, ਇੱਕ ਡੀਪ ਫੋਕਸ ਬਣਦਾ ਨਾ ਜਿਹੜਾ, ਉਹ ਲਾਇਬ੍ਰੇਰੀ ਦੇ ਵਿੱਚ ਜਾ ਕੇ ਜਿੱਥੇ ਤੁਹਾਨੂੰ ਕੋਈ ਨਹੀਂ ਬੁਲਾਊਗਾ, ਜਿੱਥੇ ਕੋਈ ਨਹੀਂ ਉਹ ਕਹੂਗਾ, ਇੱਥੇ ਇੰਨਾ ਸ਼ਾਂਤੀ ਦਾ ਮਾਹੌਲ ਹੁੰਦਾ, ਠੀਕ ਹੈ। ਤਾਂ ਮੈਂ ਚਾਹੁੰਦੀ ਸੀ ਉਹ ਚੀਜ਼ ਵੀ ਪਿੰਡ ਦੇ ਵਿੱਚ ਆਵੇ, ਔਰ ਫਸਟ ਇਹੀ ਮੈਂ ਲਾਇਬ੍ਰੇਰੀ ਲਈ ਕੀਤਾ। ਫਿਰ ਇਸ ਤੋਂ ਬਾਅਦ ਕੀ ਹੋਇਆ ਕਿ ਮੈਨੂੰ ਤਾਂ ਫੰਡ 3 ਲੱਖ ਆਈ, ਅਤੇ ਸਾਡੇ ਪੰਚਾਇਤ ਸੈਕਟਰੀ ਸੀਗੇ ਉਦੋਂ ਪਰਮਜੀਤ ਸਿੰਘ ਭੁੱਲਰ, ਔਰ ਉਹਨਾਂ ਨੇ ਹੀ ਬਹੁਤ ਜ਼ਿਆਦਾ ਮਦਦ ਕੀਤੀ ਹੈ। ਮੈਂ ਕਹੂੰਗੀ ਮੇਰੇ ਕਾਰਜਕਾਲ ਦੇ ਵਿੱਚ ਜੋ ਵੀ ਮੇਰੇ ਪ੍ਰੋਜੈਕਟਸ ਪੂਰੇ ਹੋਏ ਆ ਉਹਨਾਂ ਦੀ ਬਦੌਲਤ ਹੀ ਹੋਏ ਨੇ, ਬਹੁਤ ਐਨਰਜੈਟਿਕ ਨੇ ਔਰ ਇੱਕ ਐਗਜ਼ਾਮਪਲ ਨੇ ਕਿ ਕਿਸ ਤਰ੍ਹਾਂ ਪੰਚਾਇਤ ਸੈਕਟਰੀਜ਼ ਨੂੰ ਅਗਾਂਹ ਵਧੂ ਸੋਚ ਦੇ ਨਾਲ ਕੰਮ ਕਰਨਾ ਚਾਹੀਦਾ। ਸੋ ਉਦੋਂ ਫਿਰ ਮੈਂ ਜਦੋਂ ਉਹ ਆਏ ਤਾਂ ਅਸੀਂ ਦੇਖਿਆ ਵੀ 3 ਲੱਖ 'ਚ ਲਾਇਬ੍ਰੇਰੀ ਨਹੀਂ ਬਣ ਪਾਊਗੀ, ਠੀਕ ਹੈ, ਵੀ ਇੱਕ ਵਧੀਆ ਬਿਲਡਿੰਗ ਵੀ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਵੀ ਅਟਰੈਕਟ ਹੋਣ, ਹੈ ਨਾ, ਕਿ ਆਹ ਬਿਲਡਿੰਗ ਦੇ ਵਿੱਚ ਆਪਾਂ ਜਾ ਕੇ ਉੱਥੇ ਮਾਹੌਲ ਹੋਵੇ ਉਸ ਤਰ੍ਹਾਂ ਦਾ ਵੀ ਵਧੀਆ ਪੜ੍ਹਾਈ ਕਰ ਸਕੀਏ। ਫਿਰ ਉਸ ਤੋਂ ਬਾਅਦ ਉਦੋਂ ਸਾਡੇ ADCG ਸੀਗੇ IAS ਪਰਮਵੀਰ ਸਰ, ਅਤੇ ਮੈਂ ਉਹਨਾਂ ਨੂੰ ਅਪਰੋਚ ਕੀਤਾ, ਮੈਂ ਕਿਹਾ ਸਰ ਮੈਂ ਲਾਇਬ੍ਰੇਰੀ ਬਣਾਉਣਾ ਚਾਹੁੰਦੀ ਹਾਂ ਅਤੇ ਵੀ ਬਟ ਫੰਡ 3 ਲੱਖ ਨੇ ਔਰ ਮੈਂ ਨਕਸ਼ਾ ਬਣਵਾ ਲਿਆ ਸੀਗਾ। ਮੈਂ ਉਹਨਾਂ ਨੂੰ ਨਕਸ਼ਾ ਦਿਖਾਇਆ, ਮੈਂ ਕਿਹਾ ਆਹ ਨਕਸ਼ਾ ਜੀ ਦੱਸੋ, ਫਿਰ ਵੀ ਇਹ 8 ਲੱਖ ਦਾ ਅਪਰੋਕਸ ਕਹਿ ਰਹੇ ਆ, ਵੀ ਵੱਧ ਵੀ ਹੋ ਸਕਦਾ ਘੱਟ ਵੀ, ਅਤੇ ਬਟ ਮੇਰੇ ਕੋਲ 3 ਲੱਖ ਹੈ ਵੀ, ਪਰ ਮੈਂ ਬਣਾਉਣੀ ਇਹੀ ਹੈ ਵੀ ਮੈਨੂੰ ਨਕਸ਼ਾ ਵੀ ਇਹੀ ਪਸੰਦ ਹੈ ਔਰ ਇੱਦਾਂ ਹੀ ਵੀ ਬਣ ਜਾਵੇ। ਤਾਂ ਉਹ ਕਹਿੰਦੇ ਵੀ ਤੁਸੀਂ ਸੈਸ਼ਨ ਕੰਮ ਸ਼ੁਰੂ ਕਰੋ। ਉਹਨਾਂ ਨੇ ਫਿਰ ਫੰਡਸ ਜਿਹੜੇ ਆ ਉਪਲਬਧ ਕਰਵਾਏ ਐਂਡ ਉਸ ਤੋਂ ਬਾਅਦ ਫਰਨੀਚਰ, ਬੁੱਕਸ ਸਾਰਾ ਉਹਨਾਂ ਨੇ ਦੇਖਿਆ। ਸਿਰਫ ਇੰਨਾ ਨਹੀਂ ਬਲਕਿ ਉਹਨਾਂ ਨੇ ਇੱਕ ਪ੍ਰਣ ਵੀ ਲੈਤਾ ਸੀ ਕਿ ਮੈਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲਾਇਬ੍ਰੇਰੀਆਂ ਖੋਲ੍ਹਾਂ ਜੀ। ਅਤੇ ਜੇ ਉਹ ਉਹਨਾਂ ਦਾ ਪੂਰਾ ਹੋ ਜਾਂਦਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਕਦਮ ਹੋਣਾ ਸੀ ਜਿਹੜਾ ਸਾਡਾ ਪਿਛੜੇਪਣ ਦਾ ਸਾਡੇ 'ਤੇ ਇੱਕ ਥੱਪਾ ਲੱਗਿਆ ਹੋਇਆ ਉਹਨੂੰ ਧੋਣ ਦਾ। ਅਤੇ ਮੈਂ ਚਾਹੁੰਦੀ ਹਾਂ ਜੇ ਜ਼ਿਆਦਾ ਲਾਇਬ੍ਰੇਰੀਆਂ ਹੋਣਗੀਆਂ ਇੱਕ ਵਾਰੀ ਉਹ ਚੀਜ਼ ਬਣ ਜਾਏਗੀ। ਦੂਜੀ ਚੀਜ਼ ਹੋਵੇਗੀ ਕਿ ਬੱਚਿਆਂ ਦੇ ਵਿੱਚ ਅਸੀਂ ਰੀਡਿੰਗ ਹੈਬਿਟਸ ਨੂੰ ਮਤਲਬ ਇਨਕਲਕੇਟ ਕਰੀਏ, ਹੈ ਨਾ, ਵੀ ਉਹ ਪੜ੍ਹਾਈ ਵੱਲ ਜਾਣ। ਸਾਡੇ ਇਹ ਚੀਜ਼ ਹੈ ਨਹੀਂ ਅਸਲ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਹੀ ਨਹੀਂ ਹੈਗੀ ਇੰਨੀ ਜ਼ਿਆਦਾ, ਤਾਂ ਉਹ ਚੀਜ਼ ਆਵੇਗੀ ਤਾਂ ਬੱਚੇ ਪੜ੍ਹਨਗੇ ਅਤੇ ਫਿਰ ਉਹ ਦੂਜੇ ਆਸੇ ਪਾਸੇ ਦੀਆਂ ਚੀਜ਼ਾਂ ਤੋਂ ਜੇ ਘੱਟ ਪ੍ਰਭਾਵਿਤ ਹੋਣਗੇ। ਫਿਰ ਸਾਡੇ ਇੱਕ ਮੈਨੂੰ ਲੱਗਦਾ ਇਹ ਜਿਹੜਾ ਹੈਗਾ ਦਾਗ ਇਹ ਮਿਟ ਜਾਵੇ ਪਛੜੇਪਣ ਦਾ ਜੀ। ਇੱਕ ਗੱਲ ਇਹ ਹੈ, ਤੁਸੀਂ ਵੈਸੇ ਪਹਿਲਾਂ ਇਹ ਗੱਲ ਕਲੀਅਰ ਕੀਤੀ ਕਿ ਤੁਸੀਂ ਆਪਦੇ ਪਾਪਾ ਨੂੰ ਕਹਿ ਦਿੱਤਾ ਸੀ ਕਿ ਵੀ ਸਰਪੰਚੀ ਫਿਰ ਮੈਂ ਹੀ ਕਰੂੰਗੀ, ਫਿਰ ਇਹ ਨਹੀਂ ਕਿ ਮੇਰਾ ਨਾਂ ਹੋਊ ਅਤੇ ਸਰਪੰਚੀ ਤੁਹਾਡੀ। ਬਹੁਤੇ ਹੱਦ ਤੱਕ ਇਹੀ ਹੁੰਦਾ, ਹਾਲਾਂਕਿ ਬਹੁਤੇ ਹੱਦ ਤੱਕ 98% ਇਹੀ ਹੋ ਰਿਹਾ ਹੈਗਾ। MLA ਨੂੰ ਛੱਡ ਦਿਓ,
ਆ ਜਿਹੜੀਆਂ ਲੋਕਲ ਸਾਡੀਆਂ ਸਰਪੰਚੀਆਂ ਹੋ ਗਈਆਂ, MC ਹੋ ਗਏ, ਉਹਦੇ ਵਿੱਚ ਔਰਤ ਨੂੰ ਸਿਰਫ ਉੱਥੇ ਹੀ ਖੜਾ ਕੀਤਾ ਜਾਂਦਾ ਜਿੱਥੇ ਔਰਤ ਦੀ ਰਿਜ਼ਰਵੇਸ਼ਨ ਹੈ। ਬੇਸ਼ੱਕ ਸਰਕਾਰਾਂ ਇਹ ਕਹਿੰਦੇ ਕਿ 50% ਰਿਜ਼ਰਵੇਸ਼ਨ ਲੇਡੀਜ਼ ਦੀ ਹੈ, ਪਰ ਉਹ ਕੁਦਰਤੀ ਗੱਲ ਹੈ ਕਿ ਫਿਰ ਉੱਥੇ ਖੜਾ ਜ਼ਰੂਰ ਕਰਤਾ ਜਾਂਦਾ, ਪਰ ਕੰਮ ਸਾਰਾ ਬੰਦੇ ਹੀ ਕਰਦੇ ਆ ਜੀ। ਇਹ ਪਿਰਤ ਤੋੜੀ ਆ ਤੁਸੀਂ ਕਹਿੰਦੇ ਹੋ ਵੀ ਮੈਂ ਇਹ ਗੱਲ ਕੀਤੀ, ਤੁਹਾਡੇ ਕੰਮ 'ਚ ਤੁਸੀਂ ਕਿਹਾ ਵੀ ਪਿਤਾ ਜੀ ਮੈਂ ਪਹਿਲਾਂ ਹੀ ਕਹਿ ਦਿੱਤਾ, ਇਹਨੂੰ ਤੋੜਿਆ ਬਾਕੀ ਕਿਵੇਂ ਤੋੜ ਸਕਦੇ ਆ, ਕਿਉਂਕਿ ਟੁੱਟ ਨਹੀਂ ਰਿਹਾ, ਇਹ ਚੱਲ ਇਸੇ ਤਰੀਕੇ ਨਹੀਂ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਵੀ ਮੈਂ ਇਕੱਲੀ ਨਹੀਂ ਹਾਂ, ਬਹੁਤ ਹੋਰ ਸਾਰੀਆਂ ਫੀਮੇਲ ਸਰਪੰਚਸ ਨੇ। ਮੈਂ ਜਿਵੇਂ ਇੱਕ ਦੋ ਨੂੰ ਜਾਣਦੀ ਹਾਂ, ਜਿਵੇਂ ਕਿ ਪਠਾਨਕੋਟ ਸਾਈਡ ਹੈ ਪਲਵੀ ਠਾਕੁਰ, ਔਰ ਇੱਕ ਮਹਿਮਾ ਭਗਵਾਨਾ ਤੋਂ ਨੇ ਕੁਲਵਿੰਦਰ ਨਾਮ। ਸੋ ਉਹ ਵੀ ਇਹ ਪਿਰਤ ਤੋੜ ਚੁੱਕੀਆਂ ਨੇ, ਉਹ ਵੀ ਆਪਣੀ ਲਾਈਨ ਦੇ ਵਿੱਚ ਖੁਦ ਕੰਮ ਕਰ ਰਹੀਆਂ ਨੇ। ਤੇ ਹੋਰ ਜਿਹੜੀਆਂ 50% ਹੈਗੀਆਂ ਨੇ ਆਪਣੇ ਇਸ ਦੇ ਵਿੱਚ ਸਰਪੰਚੀ ਲਾਈਨ ਦੇ ਵਿੱਚ, ਉਹ ਵੀ ਇਹ ਤੋੜ ਸਕਦੀਆਂ ਨੇ ਜੇ ਇੱਕ ਬਿਲੀਫ ਕਰਨ ਸਭ ਤੋਂ ਪਹਿਲਾਂ, ਕਿਉਂਕਿ ਇੰਨੇ ਸਾਲਾਂ ਤੋਂ ਚੱਲੀ ਆ ਰਹੀ ਕੋਈ ਵੀ ਰੂੜੀਵਾਦੀ ਸੋਚ ਤੁਸੀਂ ਇੱਕ ਵਾਰ 'ਚ ਜਿਹੜਾ ਹੈ ਨਾ ਮਤਲਬ ਬਦਲਾਵ ਨਹੀਂ ਆ ਸਕਦਾ ਇਸ ਚੀਜ਼ ਦੇ ਲਈ। ਸੋ ਇਹਦੇ ਲਈ ਹੌਲੀ ਹੌਲੀ ਸਾਨੂੰ ਸਮਝਣਾ ਪਊਗਾ ਕਿ ਅਸੀਂ ਕਿਸ ਤੋਂ ਘੱਟ ਨਹੀਂ ਹੈ, ਕਿਉਂਕਿ ਇੰਨੇ ਸਾਲਾਂ ਤੋਂ ਸਾਨੂੰ ਇਹੀ ਦੱਸਿਆ ਗਿਆ ਵੀ ਤੁਸੀਂ ਮਰਦਾਂ ਦੇ ਪਿੱਛੇ ਚੱਲਣਾ, ਤੁਹਾਡੇ ਕੋਲ ਇੰਨੀ ਅਕਲ ਨਹੀਂ ਹੈ, ਠੀਕ ਹੈ। ਉਹ ਸੋਚ ਹੁਣ ਸਾਡੇ ਦਿਮਾਗ 'ਚ ਬੈਠੀ ਹੋਈ ਹੈ, ਹੁਣ ਸਾਨੂੰ ਲੱਗਦਾ ਅਸੀਂ ਤਾਂ ਕੋਈ ਡਿਸੀਜਨ ਹੀ ਨਹੀਂ ਲੈ ਸਕਦੀਆਂ। ਹਾਲਾਂਕਿ ਘਰ ਦੇ ਵਿੱਚ ਅਸੀਂ ਡਿਸੀਜਨ ਲੈਂਦੀਆਂ ਜਦੋਂ ਅਸੀਂ ਕੌਨਫੀਡੈਂਟ ਹੁੰਦੀ ਹਾਂ, ਜਦੋਂ ਸਾਨੂੰ ਕਿਸੇ ਚੀਜ਼ ਦੀ ਨੌਲੇਜ ਹੁੰਦੀ ਆ ਤਾਂ ਅਸੀਂ ਡਿਸੀਜਨ ਲੈਂਦੇ ਹਾਂ। ਤੇ ਮੈਨੂੰ ਲੱਗਦਾ ਬੰਦਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਔਰਤਾਂ ਵੱਲੋਂ ਮੈਨੇਜ ਕੀਤਾ ਜਾਂਦਾ। ਜੇ ਤੁਸੀਂ ਦੇਖਿਆ ਹੋਊਗਾ ਆਪਣੇ ਘਰੇ ਵੀ ਕੋਈ ਲੜਾਈ ਵਗੈਰਾ ਹੁੰਦੀ ਆ ਤਾਂ ਔਰਤਾਂ ਬੜੀ ਸਹਿਜਤਾ ਦੇ ਨਾਲ, ਸਹਿਨਸ਼ੀਲਤਾ ਦੇ ਨਾਲ ਹੈ ਨਾ ਉਸ ਚੀਜ਼ ਨੂੰ ਮਤਲਬ ਮੈਨੇਜ ਕਰਨ ਦੀ ਕੋਸ਼ਿਸ਼ ਕਰਦੀਆਂ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਹ ਚੀਜ਼ ਵਧੇ ਨਾ, ਆਪਣੀ ਗੱਲ ਹੈ ਜਿਹੜੀ ਉਹਨੂੰ ਆਪਾਂ ਘਰ ਦੇ ਵਿੱਚ ਮੈਨੇਜ ਕਰ ਲਈਏ, ਠੀਕ ਹੈ। ਤੇ ਜੇ ਕੋਈ ਬਾਹਰ ਜੇ ਉਹ ਤੁਸੀਂ ਉਹਨਾਂ ਦਾ ਗੁੱਸਾ ਵੀ ਦੇਖੋਗੇ, ਜਦੋਂ ਉਹਨਾਂ ਨੂੰ ਕੁਝ ਚਾਹੀਦਾ ਵੀ ਆ ਤਾਂ ਉਹ ਲੈ ਕੇ ਵੀ ਹਟਦੀਆਂ। ਮਤਲਬ ਹਰ ਤਰ੍ਹਾਂ ਨਾਲ ਉਹ ਉਹਨਾਂ ਦੇ ਵਿੱਚ ਉਹ ਪੱਖ ਹੁੰਦਾ ਔਰਤਾਂ ਦੇ ਵਿੱਚ, ਪਰ ਕਿਤੇ ਨਾ ਕਿਤੇ ਉਹ ਦੱਬ ਜਾਂਦਾ, ਬਾਹਰ ਨਹੀਂ ਆਉਣ ਪਾਉਂਦਾ। ਜਦੋਂ ਮੈਂ ਵੀ ਟ੍ਰੇਨਿੰਗਸ ਲਈ ਹੋਰ ਬਲਾਕਸ ਦੇ ਵਿੱਚ ਜਾਂਦੀ ਹਾਂ ਤਾਂ ਬਹੁਤ ਸਾਰੇ ਅਜੇ ਸਰਪੰਚ ਜਾਂ ਮੈਂਬਰ ਹੁੰਦੀਆਂ ਨੇ ਫੀਮੇਲਸ, ਜਿਹੜੀਆਂ ਮੈਨੂੰ ਕਹਿੰਦੀਆਂ ਕਿ ਮੈਮ ਅਸੀਂ ਕੰਮ ਤਾਂ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਕਰਨ ਨਹੀਂ ਦਿੱਤਾ ਜਾਂਦਾ। ਉਹ ਇਹ ਹੈ ਕਿ ਪਹਿਲਾਂ ਚਲੋ ਐਟਲੀਸਟ ਉਹ ਜਾਗਰੂਕ ਤਾਂ ਹੋਣ ਕਿ ਵੀ ਇਹ ਮੇਰਾ ਕੰਮ ਹੈ, ਮੈਂ ਕਰਨਾ, ਠੀਕ ਹੈ। ਜਦੋਂ ਇੰਨਾ ਕੁ ਹੋ ਗਿਆ, ਦੂਸਰੀ ਚੀਜ਼, ਦੂਜਾ ਸਟੈਪ ਆਊਗਾ ਕਿ ਟ੍ਰੇਨਿੰਗਸ ਪ੍ਰੋਪਰ ਲਗਾਈਆਂ ਜਾਣ। ਉਹ ਤਾਂ ਈਵਨ ਮੈਨੂੰ ਲੱਗਦਾ ਮੇਲਸ ਲਈ ਵੀ ਜਿਹੜੇ ਸਰਪੰਚ ਹੈਗੇ ਉਹਨਾਂ ਲਈ ਵੀ ਟ੍ਰੇਨਿੰਗਸ ਪ੍ਰੋਪਰ ਹੋਣੀਆਂ ਚਾਹੀਦੀਆਂ, ਤਾਂ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਬਾਰੇ ਪਤਾ ਲੱਗੇ ਕਿ ਸਾਡਾ ਕੰਮ ਕਿਵੇਂ ਹੋਣਾ ਹੈ, ਕਿੱਦਾਂ ਅਸੀਂ ਇਹਨੂੰ ਮੈਨੇਜ ਕਰਨਾ ਹੈਗਾ, ਜਾਂ ਕੀ ਕੀ ਰਿਕਾਰਡਸ ਕਿੱਦਾਂ ਮੇਨਟੇਨ ਕੀਤੇ ਜਾਣੇ ਆ, ਸਾਰੀਆਂ ਚੀਜ਼ਾਂ ਬਾਰੇ ਜਿਹੜਾ ਟ੍ਰੇਨਿੰਗਸ ਲੱਗਣ। ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗ ਗਈ ਫਿਰ ਉਸ ਤੋਂ ਬਾਅਦ ਉਹ ਆਪਦਾ ਕੰਮ ਕਰ ਸਕਦੇ ਆ, ਠੀਕ ਹੈ। ਬਟ ਨਾਲ ਨਾਲ ਉਹਨਾਂ ਦੀ ਫੈਮਿਲੀ ਹੈ ਜਿਹੜੀ, ਉਹਨਾਂ ਦੀ ਵੀ ਅਵੇਅਰਨੈਸ ਜ਼ਰੂਰੀ ਹੈ, ਕਿਉਂਕਿ ਇਹ ਸਭ ਤੋਂ ਪਹਿਲਾਂ ਆਪਾਂ ਕੀ ਹੁੰਦਾ ਕਿ ਜੇ ਫੈਮਿਲੀ ਸਪੋਰਟ ਕਰੂਗੀ ਤਾਂ ਹੀ ਕਰਾਂਗੇ, ਨਹੀਂ ਤਾਂ ਬਹੁਤ ਘੱਟ ਹੁੰਦਾ ਜਿਹੜੇ ਉਹ ਆਪਣੀ ਫੈਮਿਲੀ ਦੇ ਖਿਲਾਫ ਲੜਦੀਆਂ ਨੇ। ਕਿਉਂਕਿ ਸਾਡੇ ਇਹ ਵੀ ਸੋਚ ਜੇ ਤੁਸੀਂ ਆਪਦੀ ਫੈਮਿਲੀ ਨਾਲ ਚੱਲੋਗੇ ਤਾਂ ਹੀ ਅੱਗੇ ਵੱਧ ਪਾਓਗੇ, ਨਹੀਂ। ਬਟ ਇਹ ਹੈ ਕਿ ਫੈਮਿਲੀ ਨੂੰ ਕਿੱਦਾਂ ਮਨਾਉਣਾ ਉਹ ਵੀ ਉਹਨਾਂ ਨੂੰ ਆਉਂਦਾ ਹੁੰਦਾ, ਫੀਮੇਲਸ ਨੂੰ ਜੀ ਉਹ ਕਰ ਸਕਦੀਆਂ। ਤਾਂ ਇਹ ਫਿਰ ਤੇ ਇਸੇ ਤਰ੍ਹਾਂ ਹੀ ਟੁੱਟ ਸਕਦੀ ਹੈ। ਪਹਿਲਾਂ ਤਾਂ ਅਸੀਂ ਆਪਦੇ ਆਪ 'ਚ ਯਕੀਨ ਰੱਖੀਏ ਕਿ ਅਸੀਂ ਕਿਸ ਤੋਂ ਘੱਟ ਨਹੀਂ ਆ, ਔਰ ਇਹ ਚੀਜ਼ ਵੀ ਅਸੀਂ ਕਰ ਸਕਦੇ ਹਾਂ, ਔਰ ਇਹ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਅੱਜ ਤਾਂ ਹਰ ਫੀਲਡ ਦੇ ਵਿੱਚ ਇੰਨੀਆਂ ਸੋਹਣੀਆਂ ਐਗਜ਼ਾਮਪਲਸ ਨੇ ਸਾਡੇ ਕੋਲੇ, ਕਿਤੋਂ ਵੀ ਦੇਖ ਲਓ ਤੁਸੀਂ। ਪਰ ਇਹ ਹੈ ਵੀ ਹਲੇ ਉਹ, ਕਿਉਂਕਿ ਅਸੀਂ ਆਪਦੇ ਜਿਵੇਂ ਇੱਕ ਨਾ ਸਟੱਡੀ ਦੇ ਵਿੱਚ ਮੈਂ ਪੜ੍ਹਿਆ ਸੀ ਕਿ ਔਰਤਾਂ ਇਹ ਸਮਝਦੀਆਂ ਕਿ ਜੇ ਸਾਨੂੰ ਕੁੱਟਿਆ ਜਾਂਦਾ ਤਾਂ ਠੀਕ ਹੈ, ਮਤਲਬ ਸਾਡੇ ਤੇ ਅਤਿਆਚਾਰ ਹੁੰਦਾ ਉਹ ਠੀਕ ਹੈ। ਪਰ ਜਿਸ ਦਿਨ ਔਰਤਾਂ ਇਹ ਸਮਝ ਜਾਣਗੀਆਂ ਕਿ ਜਿਹੜਾ ਸਾਡੇ ਤੇ ਅਤਿਆਚਾਰ ਹੋ ਰਿਹਾ ਉਹ ਠੀਕ ਨਹੀਂ ਹੈ, ਉਸ ਦਿਨ ਹੀ ਸਟਾਰਟ ਹੋ ਜਾਏਗੀ ਪਿਰਤ ਟੁੱਟਣੀ ਜੀ, ਉਸ ਦਿਨ। ਜੇ ਮੈਂ ਇੱਕ ਹੋਰ ਤੁਹਾਡੇ ਸਾਹਮਣੇ ਮੇਰੇ ਦਿਖ ਰਿਹਾ ਹੈਗਾ, ਮੈਂ ਪੜ੍ਹ ਰਿਹਾ ਸੀ ਕਿ ਤੁਸੀਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਨ ਪੈਨਸ਼ਨ, ਉਹਦੀ ਵੀ ਇੱਕ ਫਲੈਕਸ ਬਣਵਾ ਕੇ ਅੱਗੇ ਲਗਾਇਆ ਹੋਇਆ ਹੈ। ਉਸ ਤੋਂ ਨਾਲ ਹੀ ਤੁਸੀਂ ਜਿੰਨੇ ਲਾਭਪਾਤਰੀ ਨੇ ਜੋ ਆਟਾ ਦਾਲ ਸਕੀਮ ਆ ਉਹਦੇ ਵੀ ਲਗਾਏ ਹੋਏ ਆ। ਇਹ ਮਤਲਬ ਇਹ ਚੀਜ਼ਾਂ ਨਾਲ ਕੀ ਤੁਹਾਨੂੰ ਲੱਗਦਾ ਵੀ ਕੀ ਪ੍ਰਭਾਵ ਪਾਉਣਾ ਚਾਹੁੰਦੇ ਹੋ ਤੁਸੀਂ, ਜਾਂ ਕੀ ਪ੍ਰਭਾਵ ਪੈਂਦਾ ਇਹ ਚੀਜ਼ ਲਿਖ ਕੇ ਲਾਉਣ ਨਾਲ? ਇਸ ਦਾ ਆਈਡੀਆ ਹੈਗਾ ਟਰਾਂਸਪੇਰੈਂਸੀ, ਕਿ ਮੇਰੀ ਪੰਚਾਇਤ 'ਚ ਕੋਈ ਲੁਕਾਵ ਨਹੀਂ ਹੈ, ਠੀਕ ਹੈ। ਵੀ ਮੈਂ ਕਿਸੇ ਦਾ ਉਹ ਬਣਾਇਆ ਆਟਾ ਦਾਲ ਕਾਰਡ ਦਾ, ਕਿਸੇ ਉਹ ਜਿਹਦਾ ਮਤਲਬ ਨਹੀਂ ਬਣਨਾ ਚਾਹੀਦਾ ਇਸ ਤਰ੍ਹਾਂ। ਜੇ ਕਿਸੇ ਨੂੰ ਇਤਰਾਜ਼ ਹੈ ਕਿ ਉਹਨਾਂ ਦੀ ਫੈਮਿਲੀ ਦਾ ਕਿਉਂ ਬਣਿਆ ਤਾਂ ਐਪਲੀਕੇਸ਼ਨ ਦੇ ਦੇਣ, ਤਾਂ ਕਿ ਪੂਰੇ ਪਿੰਡ ਨੂੰ ਪਤਾ ਹੋਵੇ ਕਿਹਦੀ ਪੈਨਸ਼ਨ ਲੱਗੀ ਵੀ ਹੈ ਤੇ ਕਿਹਦੀ ਆਟਾ ਦਾਲ ਕਾਰਡ ਦਾ ਸਕੀਮ ਦਾ ਕਾਰਡ ਬਣਿਆ ਹੋਇਆ ਜੀ। ਉਸ ਚੀਜ਼ ਦੇ ਲਈ ਜਿਹੜੀ ਚੀਜ਼ ਨੂੰ ਅੱਜ ਮੁੱਖ ਮੰਤਰੀ ਕਹਿ ਰਹੇ ਨੇ ਕਿ ਮੈਂ
ਦੱਸਣਾ ਸਭ ਨੂੰ ਵੀ ਕਿਹਦੀ ਲੱਗੀ ਵੀ ਹੈ ਤੇ ਕਿਹਦੀ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ। ਜੀ ਜੀ ਬਿਲਕੁਲ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ, ਤਾਂ ਕਿ ਲੋਕ ਜਿਨ੍ਹਾਂ ਨੂੰ ਸਹੂਲਤ ਚਾਹੀਦੀ ਆ ਉਹਨਾਂ ਨੂੰ ਸਹੂਲਤ ਮਿਲ ਜੇ, ਤੇ ਜਿਨ੍ਹਾਂ ਨੂੰ ਨਹੀਂ ਚਾਹੀਦੀ ਜਾਂ ਜਿਹੜੇ ਵਾਧੂ ਦੀ ਲੈ ਰਿਹਾ ਉਹਨਾਂ ਤੋਂ ਹਟ ਜਾਵੇ। ਜੀ ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਮਤਲਬ ਲੋਕ ਤਾਂ ਤੁਹਾਡੇ ਕੋਲ ਵੀ ਅਸੀਂ ਤੁਹਾਨੂੰ ਵੋਟ ਪਾਈ ਸੀ, ਹੁਣ ਸਾਨੂੰ ਮਾੜਾ ਜਿਹਾ ਉਮਰ ਦਾ 2 ਸਾਲ ਦਾ ਫਰਕ ਹੈ, ਸਾਡੀ ਸਰਪੰਚ ਸਾਹਿਬ ਪੈਨਸ਼ਨ ਬਣਾਓ, ਹੁਣ ਸਾਨੂੰ ਨਹੀਂ ਪਤਾ ਆਉਂਦੇ ਹੁੰਦਾ ਆਇਆ ਕੋਈ? ਬਿਲਕੁਲ ਆਉਂਦੇ ਆ ਜੀ, ਬਿਲਕੁਲ ਇਹੋ ਜਿਹੇ ਵੀ ਲੋਕ ਹੁੰਦੇ ਆ, ਪਰ ਇਹ ਹੈ ਵੀ ਹੁਣ ਤਾਂ ਆਧਾਰ ਕਾਰਡ ਨੇ ਸਾਰੇ ਕੰਮ ਆਸਾਨ ਕਰਤਾ, ਆਨਲਾਈਨ ਹੈ ਜੀ ਸਭ ਕੁਝ। ਮੈਂ ਕਿਵੇਂ ਤੁਹਾਡੀ ਉਮਰ ਘਟਾ ਵਧਾ ਸਕਦੀ ਹਾਂ? ਪਹਿਲਾਂ ਤਾਂ ਸੀਗਾ ਆਧਾਰ ਕਾਰਡ ਨਹੀਂ ਸੀਗੇ, ਬਟ ਹੁਣ ਆਧਾਰ ਕਾਰਡ ਹੈਗਾ, ਉਹਨਾਂ ਤੇ ਤੁਹਾਡੀ ਉਮਰ ਹੈਗੀ ਆ ਤੇ ਉਸ ਤੋਂ ਪਤਾ ਲੱਗ ਜਾਂਦਾ ਜੀ। ਹਾਂਜੀ, ਤਾਂ ਇਸ ਕਰਕੇ ਇਸ਼ੂਜ਼ ਹੁਣ ਸੋਲਵ ਨੇ, ਬਟ ਫਿਰ ਵੀ ਆ ਜਾਂਦੇ ਆ, ਫਿਰ ਵੀ ਪਰ ਬੇਬੇ ਉਹਨਾਂ ਨੂੰ ਸਮਝਾ ਦਈਦਾ, ਬਾਪੂ ਉਹਨਾਂ ਨੂੰ ਵੀ, ਬਾਪੂ ਜੀ ਤੁਹਾਡੀ ਇਹ ਤੇ ਉਮਰ ਠੀਕ ਕਰਾ ਲਓ, ਫਿਰ ਉਹ ਹੁੰਦੀ ਨਹੀਂ ਏਦਾਂ ਆਸਾਨੀ ਦੇ ਨਾਲ। ਚੋਣਾਂ ਦੌਰਾਨ ਇਹ ਨਹੀਂ ਹੋਇਆ ਵੀ ਮਤਲਬ ਵੀ ਚਲੋ ਤੁਹਾਡੇ ਘਰਦਿਆਂ ਤਾਂ ਕਹਿ ਤਾ ਵੀ ਲੋਕਾਂ ਨੇ ਵੀ ਕੁੜੀ ਕਿੱਧਰ ਯਾਰ ਕਮਾਲ ਕਰੀ ਜਾਂਦੇ ਹੋ ਤੁਸੀਂ, 22 ਸਾਲ ਦੀ ਕੁੜੀ ਆ, ਇਹ ਕਿੱਧਰ ਇਲੈਕਸ਼ਨਾਂ 'ਚ ਰਿਸ਼ਤੇਦਾਰ ਚਲੋ ਤੁਸੀਂ ਪਰਿਵਾਰ ਦੀ ਸੋਚ ਹੀ ਵੱਖਰੀ, ਪਰ ਪੂਰੇ ਜੇ ਅਸੀਂ ਕਹੀਏ ਕਿ ਸਾਰੀ ਅਸੀਂ ਸੁਸਾਇਟੀ ਉਹ ਤਾਂ ਅਸੀਂ ਸੁਧਾਰੇ ਨਹੀਂ, ਅਸੀਂ ਪਿੰਡ ਦੇ ਲੋਕਾਂ ਨੇ ਨਹੀਂ ਆਖਿਆ ਵੀ ਤੂੰ ਕੁੜੀਏ ਕਿੱਧਰ? ਜੀ ਇਹ ਵੀ ਹੋਇਆ ਸੀ। ਬਾਕੀ ਪਹਿਲਾਂ ਤਾਂ ਅਸੀਂ ਕਿਸੇ ਨੂੰ ਦੱਸਿਆ ਹੀ ਨਹੀਂ ਸੀ, ਜਦੋਂ ਕੈਂਪੇਨਿੰਗ ਸਟਾਰਟ ਹੋਈ ਉਦੋਂ ਹੀ ਸਾਰਿਆਂ ਨੂੰ ਪਤਾ ਲੱਗਿਆ, ਔਰ ਬਹੁਤ ਜਾਣਿਆਂ ਨੇ ਕਿਹਾ ਸੀ ਕਿ ਤੁਸੀਂ ਆਪਦੀ ਪੜ੍ਹਾਈ ਖਰਾਬ ਕਰ ਰਹੇ ਹੋ, 5 ਸਾਲ ਖਰਾਬ ਹੋਣਗੇ ਤੁਹਾਡੇ, ਤੁਹਾਡਾ ਵਿਆਹ ਹੋ ਜਾਣਾ, ਫਿਰ ਤੁਸੀਂ ਕਿੱਦਾਂ ਮੈਨੇਜ ਕਰੋਗੇ, ਹੈ ਨਾ, ਇਹ ਚੀਜ਼ਾਂ ਆਉਂਦੀਆਂ ਸੀਗੀਆਂ। ਜਾਂ ਇੱਕ ਕੁੜੀ ਕਿੱਦਾਂ ਮੈਨੇਜ ਕਰੂਗੀ, ਮਤਲਬ ਬਾਅਦ ਵਿੱਚ ਮੈਨੂੰ ਪਤਾ ਲੱਗਦਾ ਸੀ ਕਿ ਕਈ ਲੋਕ ਤਾਂ ਮੇਰੇ ਕੋਲ ਅਪਰੋਚ ਤਾਂ ਹੀ ਨਹੀਂ ਕਰਦੇ ਸੀ ਕਿਉਂਕਿ ਇੱਕ ਸੰਗ ਚੇਪ ਹੁੰਦੀ ਆ, ਹੈ ਨਾ, ਵੀ ਕੁੜੀ ਨਾਲ ਕਿਵੇਂ ਜਾ ਕੇ ਗੱਲ ਕਰੀਏ ਅਸੀਂ। ਤਾਂ ਫਿਰ ਉਹ ਜਾ ਕੇ ਹਾਂਜੀ ਮੇਰੇ ਡੈਡੀ ਕੋਲ ਹੀ ਜਾਂਦੇ ਨੇ, ਉਹਨਾਂ ਨੂੰ ਇਹ ਸਰਪੰਚ ਸਾਹਿਬ ਸੰਬੋਧਨ ਕਰਦੇ ਨੇ। ਇਹ ਚੀਜ਼ਾਂ ਹਾਲੇ ਵੀ ਕਿਤੇ ਨਾ ਕਿਤੇ ਹੈਗੀਆਂ, ਜੇ ਆਪਾਂ ਕਹੀਏ ਵੀ ਮੈਂ ਪੂਰਾ ਉਹ ਕਰਤਾ ਤਾਂ ਨਹੀਂ ਹਾਲੇ, ਕਿਉਂਕਿ ਲੋਕਾਂ ਨੂੰ ਇਹ ਚੀਜ਼ ਦੇ ਉੱਪਰ ਜੇ ਕਹੀਏ ਤਾਂ ਸਮਝਾਉਣਾ ਥੋੜਾ ਜਿਹਾ ਔਖਾ ਹੈਗਾ, ਠੀਕ ਹੈ। ਤਾਂ ਉਹ ਹਾਲੇ ਵੀ ਆ ਕੇ ਘਰੇ ਕਹਿਣਗੇ ਸਰਪੰਚ ਸਾਹਿਬ ਘਰੇ ਹੋ, ਤਾਂ ਮਤਲਬ ਪਾਪਾ ਨੂੰ ਉਹ ਕਰਦੇ ਆ। ਜੇ ਮੈਂ ਸਾਹਮਣੇ ਵੀ ਖੜੀ ਹੋਊਂਗੀ ਤਾਂ ਮੈਂ ਕਹਿੰਦੀ ਵੀ ਸਰਪੰਚ ਭਾਈ ਮੈਂ ਆ, ਮੈਨੂੰ ਕਹਿ ਦਿਓ। ਤੇ ਇਹੋ ਜਿਹੀਆਂ ਸਿਚੁਏਸ਼ਨਸ ਹੋਈਆਂ ਨੇ ਪਹਿਲਾਂ ਅਸਲ ਦੇ ਵਿੱਚ, ਬਟ ਹੁਣ ਤਾਂ ਕਾਫੀ ਚੀਜ਼ਾਂ ਠੀਕ ਹੋ ਗਈਆਂ ਤੇ ਵਧੀਆ, ਉੱਦਾਂ ਉਦੋਂ ਬਾਅਦ ਵਧੀਆ ਹੋ ਗਿਆ। ਬਟ ਕਿਤੇ ਨਾ ਕਿਤੇ ਜਿਵੇਂ ਕਹਾਂ ਤਾਂ ਇਹ ਚੀਜ਼ਾਂ ਰਹਿੰਦੀਆਂ ਨੇ, ਲੋਕਾਂ ਦੀ ਉਹ ਸੋਚ ਰਹਿੰਦੀ ਹੈਗੀ ਆ। ਹੁਣ ਜਾ ਕੇ ਲੋਕ ਇਹ ਵੀ ਕਹਿਣ ਲੱਗੇ ਆ ਵੀ ਹਾਂ ਕੁੜੀ ਵਧੀਆ ਤਰੀਕੇ ਨਾਲ ਗੱਲ ਕਰ ਲੈਂਦੀ ਆ। ਕੁਛ ਕੁ ਲੋਕ ਮੈਨੂੰ ਕਹਿ ਦਿੰਦੇ ਆ ਹੁਣ ਉਹਨਾਂ ਨੂੰ ਲੱਗਦਾ ਵੀ ਹਾਂ ਕੁੜੀ ਨੂੰ ਗੱਲ ਕਰਨ ਦਾ ਜਾਚ ਹੈਗੀ ਆ, ਵਧੀਆ ਤਰੀਕੇ ਨਾਲ ਗੱਲ ਕਰ ਲੈਂਦੀ ਹੈ। ਤਾਂ ਸਮੇਂ ਦੇ ਨਾਲ ਮੈਂ ਵੀ ਸਿੱਖਿਆ ਤੇ ਉਹਨਾਂ ਨੂੰ ਵੀ ਪਤਾ ਲੱਗਿਆ ਜੀ। ਇੱਕ ਮਤਲਬ ਸਰਪੰਚਾਂ ਲਈ ਮਸ਼ਹੂਰ ਆ, ਗਾਣੇ ਤੱਕ ਵੀ ਬਣਿਆ ਵੀ ਲੈ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ। ਮਤਲਬ ਤੁਸੀਂ ਇਹ ਜਿਹੜੀਆਂ ਗਰੰਟਾਂ ਆਉਂਦੀਆਂ ਇਹਨਾਂ ਦੇ ਵਿੱਚੋਂ ਮਤਲਬ ਵੈਸੇ ਤਾਂ ਚਲੋ ਤੁਸੀਂ ਕੈਮਰੇ ਤੱਕ ਕੋਈ ਬੰਦਾ ਨਹੀਂ, ਇਹਨਾਂ ਚੀਜ਼ਾਂ ਤੇ ਬਹੁਤ ਐਲੀਗੇਸ਼ਨ ਲੱਗਦੇ ਕਿ ਸਰਪੰਚ ਇਲੈਕਸ਼ਨ ਤੇ ਲਗਾ ਆਉਂਦਾ 25-30 ਲੱਖ ਰੁਪਇਆ, ਆਮ ਹੀ ਸਾਡੇ ਪੰਜਾਬ। ਚਲੋ ਤੁਹਾਡਾ ਪਿੰਡ ਛੋਟਾ ਹੈ, ਮੰਨ ਲਓ ਇੱਥੇ ਕੋਈ ਲੜੂਗਾ ਤਾਂ ਘੱਟ ਲਗਾਊਗਾ, ਵੀ ਉਹ ਇੰਨੇ ਪੈਸੇ ਲਗਾ ਲੈਂਦਾ, ਫਿਰ ਖਰਚਾ ਉਹਨੇ ਗਰੰਟਾਂ 'ਚ ਕੱਢਣਾ ਹੁੰਦਾ। ਤੁਸੀਂ ਇਲੈਕਸ਼ਨ ਤੇ ਕਿੰਨੇ ਪੈਸੇ ਲਾਏ ਤੇ ਕਿੰਨਾ ਕੁ ਘਪਲਾ ਕੀਤਾ? ਸਿੱਧਾ ਪਹਿਲੀ ਗੱਲ ਤਾਂ ਮੈਨੂੰ ਇਲੈਕਸ਼ਨਸ ਤੇ ਲਾਉਣ ਦੀ ਲੋੜ ਹੀ ਨਹੀਂ ਪਈ, ਲੋਕਾਂ ਵੱਲੋਂ ਸੱਚੀ ਬਹੁਤ ਪਿਆਰ ਮਿਲਿਆ। ਮੈਂ ਅੱਜ ਵੀ ਜੇ ਕਿਸੇ ਦੇ ਵੀ ਘਰ ਜਾਂਦੀ ਮੈਨੂੰ ਨਾ ਦੋਨੇ ਹੱਥ ਕੱਢ ਕੇ ਆਸ਼ੀਰਵਾਦ ਦਿੰਦੇ ਨੇ, ਠੀਕ ਹੈ ਜੀ, ਸਪੈਸ਼ਲੀ ਬੇਬੇ ਹੋਣੀ, ਠੀਕ ਹੈ। ਤੇ ਉਸ ਤੋਂ ਬਾਅਦ ਇਹੋ ਜਿਹੀ ਚੀਜ਼ ਦੀ ਕਦੇ ਲੋੜ ਹੀ ਨਹੀਂ ਪਈ ਹੈਗੀ, ਕਿਉਂਕਿ ਮੈਂ ਪਹਿਲਾਂ ਹੀ ਕਹਿਤਾ ਸੀ ਵੀ ਆਪਾਂ ਪਰਿਵਾਰ ਵੱਲੋਂ ਵੀ ਜੇ 2 ਰੁਪਏ ਲੱਗ ਜਾਣਗੇ ਲਾ ਦਾਂਗੇ। ਤਾਂ ਹਰੇਕ ਜਗ੍ਹਾ ਦੇ ਉੱਤੇ ਜੋ ਵੀ ਪੰਚਾਇਤ ਵੱਲੋਂ ਕੰਮ ਕੀਤਾ ਗਿਆ ਉੱਥੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ 2 ਰੁਪਏ ਲਾਏ ਮਿਲਣਗੇ। ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਵੀ ਹਾਂ ਅਸੀਂ ਘਰੇ ਯੂਜ਼ ਕੀਤੇ ਹੋਵੇ, ਕਦੇ ਵੀ। ਕਿਉਂਕਿ ਮੇਰੇ ਮਾਪਿਓ ਦੀ ਵੀ ਇਹੀ ਸੋਚ ਹੈ ਵੀ ਜੇ ਅਸੀਂ ਆਪਦੀ ਕਮਾਈ ਨਾਲ ਨਹੀਂ ਰੱਜੇ ਤਾਂ ਅਸੀਂ ਹੋਰ ਕਮਾਈਆਂ ਨਾਲ ਨਹੀਂ ਰੱਜ ਸਕਦੇ ਜੀ। ਸੋ ਸਾਨੂੰ ਆਪਦੀ ਰੂਹ ਨੂੰ ਰਜਾਉਣਾ ਚਾਹੀਦਾ ਜੀ। ਤੇ ਉਹ ਕਿਵੇਂ ਰੱਜੂਗੀ? ਜਿਹੜੀ ਸਾਡੀ ਮਿਹਨਤ ਦੀ ਕਮਾਈ ਹੈ ਸਿਰਫ ਉਸੇ ਨਾਲ ਜੀ। ਤੇ ਜਿਹੜੀ ਇਹ 2 ਰੁਪਏ ਦੀ ਕਮਾਈ ਹੈ ਜਾਂ ਇਸ ਤਰ੍ਹਾਂ ਨਾਲ ਕਦੇ ਨਹੀਂ ਰੱਜ ਸਕਦੇ। ਜਿਹੜਾ ਆਪਦੀ ਮਿਹਨਤ ਨਾਲ ਨਹੀਂ ਰੱਜ ਸਕਦਾ ਉਹ ਫਿਰ ਵੀ ਨਹੀਂ ਰੱਜ ਸਕਦਾ, ਫਿਰ ਚਾਹੇ ਜੇ ਵੱਡੇ ਤੋਂ ਵੱਡੇ ਘਪਲੇ ਹੋ ਜਾਣ ਫਿਰ ਵੀ ਨਹੀਂ ਰੱਜ ਸਕਦਾ। ਜਿਹਨੂੰ ਰੱਜ ਆਉਣਾ ਹੀ ਨਹੀਂ ਉਹਨੂੰ ਆਉਣਾ ਹੀ ਨਹੀਂ। ਸੋ ਇਹ ਸੋਚ ਹੀ ਮਤਲਬ ਮੇਰੇ ਮਾਪਿਓ ਨੇ ਆਪਦੇ ਉਹਨਾਂ ਦੀ ਹੈ ਤੇ ਉਹਨਾਂ ਨੇ ਮੈਨੂੰ ਦਿੱਤੀ ਹੈ। ਠੀਕ ਹੈ। ਮੈਂ ਸਾਹਮਣੇ ਇੱਕ ਦੇਖ ਰਿਹਾ ਸੀਗਾ ਵੀ ਤੁਸੀਂ ਜਿਵੇਂ ਕਿਹਾ ਕਿ ਜਿੰਨੀ ਤੁਹਾਨੂੰ ਆਮਦਨ ਹੋਈ, ਜਿੰਨੇ ਤੁਹਾਡੇ ਖਰਚ ਹੋਏ, ਸਾਰੇ ਮਤਲਬ ਇਹ ਵੀ ਉਸੇ ਟਰਾਂਸਪੇਰੈਂਸੀ ਦੇ ਵਿੱਚੋਂ ਹੀ ਇੱਕ ਇਹ ਕਦਮ ਹੈ। ਇਹ ਵੀ ਹਿੱਸਾ ਬਿਲਕੁਲ। ਇਹ ਜਿਵੇਂ ਜੂਨ ਦੇ ਵਿੱਚ ਹੁਣ ਆਮ ਇਜਲਾਸ ਹੋਣੇ ਨੇ ਤਾਂ ਉਸ ਦੇ ਵਿੱਚ ਹੀ ਗ੍ਰਾਮ ਪੰਚਾਇਤ ਦੀ ਡਿਊਟੀ ਹੁੰਦੀ ਹੈ ਕਿ ਤੁਸੀਂ ਆਪਣੀ ਪੰਚਾਇਤ ਨੂੰ ਦੱਸਣਾ, ਪਿੰਡ ਦੇ ਲੋਕਾਂ ਨੂੰ ਜਾਂ ਆਮ ਸਭਾ ਦੇ ਵਿੱਚ ਜਿਹੜੇ ਵੀ ਲੋਕ ਆ ਰਹੇ ਉਹਨਾਂ ਨੂੰ ਦੱਸਣਾ ਕਿ ਵੀ
ਆਪਾਂ ਨੂੰ ਕਿੰਨੀ ਗ੍ਰਾਂਟ ਆਈ ਔਰ ਪਿਛਲੇ ਸਾਲ ਦੇ ਵਿੱਚ ਆਪਾਂ ਕਿੰਨੀ ਗ੍ਰਾਂਟ ਲਗਾਈ, ਤਾਂ ਕਿ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗੇ। ਇਹ ਡਿਊਟੀ ਹੁੰਦੀ ਹੈ ਗ੍ਰਾਮ ਪੰਚਾਇਤ ਦੀ। ਠੀਕ ਹੈ ਜੀ। ਜੀ, ਤਾਂ ਇਹ ਫਲੈਕਸ ਬਣਾ ਕੇ ਮੈਂ ਇੱਥੇ ਵੀ ਲਗਾਏ ਆ, ਪਿੰਡ ਦੇ ਵਿੱਚ ਵੀ ਇੱਕ ਜਗ੍ਹਾ ਲਗਾਏ ਹੋਏ ਆ, ਮਤਲਬ ਵਾਲ ਪੇਂਟਿੰਗ ਹੋਈ ਵੀ ਹੈ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਸਾਲ ਦਾ ਜਿਹੜਾ ਲੱਗ ਜਾਵੇ। ਜਦੋਂ ਵੋਟਾਂ ਸੀਗੀਆਂ, ਤੁਹਾਨੂੰ ਤੁਹਾਡੇ ਕਿੰਨੇ ਵਿਰੋਧੀ ਜਿਹੜੇ ਉਮੀਦਵਾਰ ਸੀ ਤੇ ਤੁਹਾਨੂੰ ਕਿੰਨੀਆਂ ਵੋਟਾਂ ਦੇ ਮਾਰਜਨ ਤੇ ਲੋਕਾਂ ਨੇ ਜਿਤਾਇਆ ਸੀ? ਜੀ, ਇੱਕੋ ਹੀ ਵਿਰੋਧੀ ਸੀਗੇ ਮੇਰੇ, ਔਰ 385 ਉਦੋਂ ਵੋਟਸ ਆ ਜਿਹੜੀਆਂ ਪੋਲ ਹੋਈਆਂ ਸੀ ਤੇ 111 ਵੋਟਾਂ ਦਾ ਮਾਰਜਨ ਰਿਹਾ ਸੀ। ਤੁਹਾਨੂੰ ਕਿੰਨੇ ਪੈ ਗਈਆਂ ਸੀ? 200 ਦੇ ਕੁਝ ਕਰੀਬ ਹੋਣਗੇ। 200 ਦੇ ਕਰੀਬ। ਮਤਲਬ ਲੋਕਾਂ ਨੇ ਵਧੀਆ ਪਿਆਰ ਦਿੱਤਾ ਸੀਗਾ। ਜੀ ਜੀ ਜੀ। ਜਿਹੜੇ ਤੁਹਾਡੇ ਆਪੋਜੀਟ ਸੀਗੇ, ਉਹ ਮਤਲਬ ਉਹਨਾਂ ਦੀ ਮਤਲਬ ਉਹਨਾਂ ਦੀ ਉਮਰ ਕਿੰਨੀ ਸੀਗੀ? ਉਹ 40 ਸਾਲ ਦੇ ਹੋਣਗੇ। ਠੀਕ ਹੈ, ਇਹਨਾਂ ਕਲੀਅਰ ਨਹੀਂ ਹੈ ਹੁਣ। ਮਤਲਬ ਲੋਕਾਂ ਨੇ ਕੁੜੀ ਤੇ ਵੱਧ ਭਰੋਸਾ ਕੀਤਾ ਹੈ। ਇੱਕ ਤਾਂ ਮੈਨੂੰ ਮੇਰੇ ਮਤਲਬ ਸਾਡੇ ਪਰਿਵਾਰ ਚ ਪਿੰਡ ਚੋਂ ਨੇ, ਔਰ ਭਾਬੀ ਜੀ ਲੱਗਦੇ ਆ ਵੈਸੇ ਆਪਣੇ, ਸਾਰੇ ਇਦਾਂ ਦੇ ਰਿਸ਼ਤੇ ਹੁੰਦੇ ਆ ਨਾ ਪਿੰਡ ਦੇ ਵਿੱਚ। ਤਾਂ ਮੈਨੂੰ ਉਹਨਾਂ ਦਾ ਯਾਦ ਹੈ, ਉਹਨਾਂ ਨੇ ਇੱਕ ਵਰਡਿੰਗ ਕਹੀ ਸੀਗੀ ਕਿ ਜੇ ਆਪਾਂ ਪੜ੍ਹੀ ਲਿਖੀ ਕੁੜੀ ਨੂੰ ਸਰਪੰਚ ਬਣਾਵਾਂਗੇ ਤਾਂ ਉਹ ਜਾ ਕੇ ਅਫਸਰਾਂ ਨਾਲ ਗੱਲ ਵੀ ਕਰੂਗੀ ਜੀ। ਤਾਂ ਮੈਂ ਉਹਨਾਂ ਦੀ ਇਸ ਚੀਜ਼ ਨੂੰ ਵੀ ਅੱਗੇ ਲੈ ਕੇ ਗਈ ਹਾਂ ਵੀ ਕਦੇ ਵੀ ਪਿੱਛੇ ਨਹੀਂ ਹਟੀ ਮੈਂ ਕਿਸੇ ਨਾਲ ਗੱਲ ਕਰਨ ਤੋਂ ਜਾਂ ਪਿੰਡ ਦਾ ਕੋਈ ਮੁੱਦਾ ਅੱਗੇ ਲੈ ਕੇ ਜਾਣ ਤੋਂ। ਤਾਂ ਮੈਂ ਹੁਣ ਤਾਂ ਆਰਾਮ ਨਾਲ ਸਾਰੀ ਚੀਜ਼ਾਂ ਮੈਂ ਡੀਲ ਕਰ ਰਹੀ। ਜਦੋਂ ਸ਼ੁਰੂਆਤ ਸੀ, ਠੀਕ ਹੈ, ਇੱਕ ਤੁਸੀਂ ਨਵੇਂ ਸੀ, ਉਮਰ ਵੀ ਛੋਟੀ ਸੀ, ਉਦੋਂ ਜਦੋਂ ਕਿਉਂਕਿ ਸਰਪੰਚ ਬੇਸ਼ੱਕ ਕਹਿ ਦਿੱਤਾ ਜਾਂਦਾ ਕਿ ਲੋਕਤੰਤਰ ਦੀ ਸਭ ਤੋਂ ਮੁੱਢਲੀ ਇਕਾਈ ਹੈ ਤੇ ਸਭ ਤੋਂ ਮਜ਼ਬੂਤ ਇਕਾਈ ਮੰਨਿਆ ਜਾਂਦਾ, ਪਰ ਜਿਸ ਤਰੀਕੇ ਦਾ ਸਿਸਟਮ ਚੱਲ ਰਿਹਾ ਹੁਣ, ਇਹ ਵੀ ਲੱਗਦਾ ਕਿ ਪੰਚਾਇਤਾਂ ਦੀਆਂ ਪਾਵਰਾਂ ਵੀ ਕਿਤੇ ਨਾ ਕਿਤੇ ਖੋਹੀਆਂ ਜਾ ਰਹੀਆਂ। ਬਹੁਤ ਹੈ ਹੀ ਨਹੀਂ ਆਲਰੇਡੀ। ਹਾਂਜੀ, ਉਨੀਆਂ ਪਾਵਰਸ ਹੈ ਨਹੀਂ ਜਿੰਨੀਆਂ ਕਨਸਟੀਟਿਊਸ਼ਨ ਦੇ ਵਿੱਚ ਕਿਹਾ ਜਾਂਦਾ ਉਹ ਹੈ ਨਹੀਂ ਆ। ਫਿਰ ਉਦੋਂ ਤੁਹਾਨੂੰ ਕਿਹੜੀਆਂ ਸਮੱਸਿਆਵਾਂ, ਕਿ ਇੱਕ ਵਾਰ ਮਤਲਬ ਚਲੋ ਬਾਅਦ ਤਾਂ ਬੰਦਾ ਉਹ ਚੀਜ਼ 'ਚ ਚੱਲ ਪੈਂਦਾ, ਸਟਾਰਟਿੰਗ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ? ਸਟਾਰਟਿੰਗ ਦੇ ਵਿੱਚ ਤਾਂ ਇਹ ਹੁੰਦਾ ਹੈ ਵੀ ਤੁਹਾਨੂੰ ਕੁਝ ਪਤਾ ਹੀ ਨਹੀਂ ਹੁੰਦਾ। ਮੈਂ ਜਿਵੇਂ ਇੱਕ ਤਾਂ ਮੈਂ ਆਪਣੇ ਪਾਪਾ ਨੂੰ ਵੀ ਕਹਿਤਾ ਸੀ ਵੀ ਤੁਸੀਂ ਇਨਵੋਲਵ ਨਹੀਂ ਹੋਣਾ, ਤਾਂ ਮੈਂ ਫਿਰ ਉਸ ਤੋਂ ਬਾਅਦ ਮੈਂ ਪਾਪਾ ਨੂੰ ਇਹ ਵੀ ਕਹਿੰਦੀ ਹੁੰਦੀ ਸੀ ਵੀ ਡੈਡੀ ਮੈਨੂੰ ਐਂ ਲੱਗਦਾ ਹੈ ਵੀ ਰਣ ਭੂਮੀ 'ਚ ਨਾ ਮੈਂ ਬਿਨਾਂ ਹਥਿਆਰ ਦੇ ਖੜੀ ਹਾਂ ਕਿਉਂਕਿ ਮੈਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਕਿਵੇਂ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਾਂ। ਤਾਂ ਉੱਥੇ ਸਭ ਤੋਂ ਜ਼ਿਆਦਾ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ, ਟ੍ਰੇਨਿੰਗ ਹੋਣੀ ਜ਼ਰੂਰੀ ਹੈ ਸਰਪੰਚਸ ਦੀ, ਔਰ ਉਹ ਵੀ ਉੱਥੇ ਵੀ ਮਤਲਬ ਪ੍ਰੈਕਟੀਕਲੀ ਇਨਵੋਲਵਮੈਂਟ ਹੋਵੇ, ਪਤਾ ਲੱਗੇ ਵੀ ਕਿਸ ਤਰ੍ਹਾਂ ਚੀਜ਼ਾਂ ਹੈਗੀਆਂ, ਸਾਨੂੰ ਐਕਟ ਬਾਰੇ ਜਾਣਕਾਰੀ ਦਿੱਤੀ ਜਾਵੇ। ਠੀਕ ਹੈ, ਕਨਸਟੀਟਿਊਸ਼ਨ ਦੇ ਵਿੱਚ ਸੰਵਿਧਾਨਿਕ ਜਿਹੜਾ ਅਹੁਦਾ ਹੈ ਉਹ ਦਿੱਤਾ ਗਿਆ ਸੀ, ਉਹਦੇ ਵਿੱਚ ਕੀ ਲਿਖਿਆ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਫਿਰ ਜੋ ਪੰਚਾਇਤ ਐਕਟ ਬਣਿਆ ਉਹਦੀ ਬਾਰੇ ਹੋਵੇ, ਔਰ ਜਿਹੜਾ ਹੁਣ ਉਸ ਤੋਂ ਬਾਅਦ ਕੋਈ ਤਬਦੀਲੀ ਹੀ ਨਹੀਂ ਕੀਤੀ ਗਈ ਹੈ ਐਕਟ ਦੇ ਵਿੱਚ। ਮੈਂ ਤਾਂ ਚਾਹੂੰਗੀ ਸਰਕਾਰ ਨੂੰ ਬੇਨਤੀ ਕਰਨੀ ਕਿ ਹੁਣ ਬਹੁਤ ਸਮਾਂ ਹੋ ਗਿਆ ਤੇ ਬਹੁਤ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ, ਔਰ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ, ਇੱਧਰ ਵੀ ਧਿਆਨ ਦਿੱਤਾ ਜਾਵੇ, ਔਰ ਅਮੈਂਡਮੈਂਟਸ ਜਿਹੜੀ ਐਕਟ ਦੇ ਵਿੱਚ ਕੀਤੀਆਂ ਜਾਣ। ਜੀ, ਇਲੈਕਸ਼ਨ ਇਸੇ ਸਾਲ 'ਚ ਵੀ ਹੋ ਸਕਦੇ ਨੇ ਜਾਂ ਅਗਲੇ ਸਾਲ ਦੀ ਸਟਾਰਟਿੰਗ 'ਚ ਹੋ ਸਕਦੇ ਨੇ ਜੀ। ਦੁਬਾਰਾ ਲੜੋਗੇ? ਨਹੀਂ, ਦੁਬਾਰਾ ਨਹੀਂ। ਮੈਂ ਬਸ ਮੈਨੂੰ ਇਹ ਸੀਗਾ ਕਿ ਇੱਕ ਵਾਰੀ ਮੈਂ ਕੰਮ ਕਰਨਾ ਪਿੰਡ ਦੇ ਲਈ ਜੀ। ਹੁਣ ਮੈਂ ਆਪਦੀ ਫੈਮਿਲੀ ਦੇ ਲਈ ਕੰਮ ਕਰੂੰਗੀ, ਬਟ ਹਾਂ ਮੈਂ ਸੋਸ਼ਲੀ ਇਨਵੋਲਵ ਰਹੂੰਗੀ। ਜਿਵੇਂ ਕਿ ਮੇਰੇ ਪਿੰਡ ਦੇ ਵਿੱਚ ਜਿਹੜੇ ਵੀ ਮੈਂ ਕੰਮ ਸ਼ੁਰੂ ਕੀਤੇ ਆ, ਠੀਕ ਹੈ, ਉਹ ਕੱਲ ਨੂੰ ਕੋਈ ਸਰਪੰਚ ਜੋ ਵੀ ਆਉਂਦੇ ਆ, ਪਹਿਲਾਂ ਤਾਂ ਆਪਾਂ ਚਲੋ ਰਿਕੁਐਸਟ ਕਰਾਂਗੇ ਕਿ ਉਹ ਮੈਨੇਜ ਕਰਨ, ਪਰ ਮੇਰੀ ਸਪੋਰਟ ਇਹਨਾਂ ਚੀਜ਼ਾਂ ਦੇ ਲਈ ਰਹੂਗੀ। ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਲਾਇਬ੍ਰੇਰੀ ਨੂੰ ਜਿੰਦਾ ਲੱਗ ਜੇ, ਜਾਂ ਸਫਾਈ ਸੇਵਕ ਨੂੰ ਹਟਾ ਦਿੱਤਾ ਜਾਵੇ, ਜਾਂ ਜਿਹੜੀ ਪਲਾਸਟਿਕ ਵਾਲੀ ਯੂਨਿਟ ਹੈ ਉਹ ਬੰਦ ਹੋ ਜੇ, ਜਾਂ ਸਕੂਲ ਕੁਝ ਵੀ ਜੇ ਆਪਾਂ ਦੇਖੀਏ ਤਾਂ ਮੈਂ ਨਹੀਂ ਚਾਹੁੰਦੀ ਕਿ ਇਹ ਚੀਜ਼ਾਂ ਹੋਣ। ਮਤਲਬ ਖੁਦ ਨਹੀਂ ਲੜਨਾ? ਨਹੀਂ, ਖੁਦ ਨਹੀਂ ਲੜਨਾ। ਉਹਦਾ ਕੀ ਕਾਰਨ ਹੈ? ਨਹੀਂ, ਉਹਦਾ ਕੋਈ ਕਾਰਨ ਨਹੀਂ ਹੈ, ਬਸ ਮੈਂ ਇੱਕ ਹੁੰਦਾ ਨਾ ਵੀ ਇੱਕੋ ਹੀ ਪਰਿਵਾਰ ਕੋਲੇ ਸਰਪੰਚੀ ਰਹਿੰਦੀ ਹੈ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ, ਮੈਂ ਉਹ ਵੀ ਸੋਚ ਨਹੀਂ ਰੱਖਦੀ। ਮੈਂ ਚਾਹੁੰਦੀ ਹਾਂ ਕਿ ਹੁਣ ਕੋਈ ਹੋਰ ਆਵੇ, ਨਵਾਂ ਆਵੇ। ਠੀਕ ਹੈ ਜੀ, ਬਾਕੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਕੀ ਭਵਿੱਖ 'ਚ ਕੀ ਫੈਸਲਾ। ਜੀ ਜੀ ਬਿਲਕੁਲ। ਇਸ ਤੋਂ ਅੱਗੇ ਮਤਲਬ ਸਰਪੰਚੀ ਤੋਂ ਅੱਗੇ ਕੋਈ ਐਮਐਲਏ ਵਾਲੇ ਪਾਸੇ ਨੂੰ ਜਾਣ ਦਾ ਇਰਾਦਾ? ਨਹੀਂ, ਹਾਲੇ ਤਾਂ ਇਸ ਬਾਰੇ ਕੋਈ ਵਿਚਾਰ ਉਹ ਹੈ, ਮਤਲਬ ਰਾਜਨੀਤੀ 'ਚ ਇੰਟਰਸਟ ਤਾਂ ਹੁਣ ਬਣ ਚੁੱਕਿਆ। ਹੁਣ ਤਾਂ ਓਬਵੀਅਸਲੀ ਹੈ, ਜਦੋਂ ਤੁਸੀਂ ਰਾਜਨੀਤੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਰਾਜਨੀਤੀ ਨੇ ਮੈਨੂੰ ਚੁਣਿਆ ਹੈ ਨਾ, ਤੇ ਜਿਹੜੀ ਚੀਜ਼ ਮੈਨੂੰ ਲੱਗਦਾ ਕੁਦਰਤ ਦਿੰਦੀ ਆ ਉਹ ਜ਼ਿਆਦਾ ਉਹ ਹੁੰਦੀ ਆ, ਫਰੂਟਫੁਲ ਹੁੰਦੀ ਆ। ਤੇ ਜਿਵੇਂ ਹੁਣ ਸਰਪੰਚ ਵੀ ਬਣੀ ਤਾਂ ਮੈਂ ਕਦੇ ਸੋਚਿਆ ਥੋੜੀ ਸੀ ਕਿ ਮੈਂ ਹੋਰ ਸਟੇਟਸ ਘੁੰਮ ਆਉਂਗੀ। ਮੈਨੂੰ ਕੇਰਲਾ, ਉੜੀਸਾ, ਪੁਣੇ ਜਾਣ ਦਾ ਮੌਕਾ ਮਿਲਿਆ। ਕਿਵੇਂ ਜ਼ਰੂਰ ਦੱਸਿਓ। ਹਾਂਜੀ, ਉਹ ਜਿਵੇਂ SIRD ਇੱਕ ਆਪਣੀ ਸੰਸਥਾ ਹੈਗੀ ਆ, ਠੀਕ ਹੈ ਜੀ, ਉਹਨਾਂ ਵੱਲੋਂ ਵੀ ਮੈਨੂੰ ਬਹੁਤ ਸਪੋਰਟ ਰਹੀ ਹੈ। ਪਹਿਲਾਂ ਰੋਜ਼ੀ ਮੈਮ ਹੁੰਦੇ ਸੀਗੇ, ਫਿਰ ਜਤਿੰਦਰ ਬਰਾੜ ਸਰ ਆਏ, ਠੀਕ ਹੈ, ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈਗੀ। ਉਹਦੇ ਵਿੱਚ ਕੀ ਹੈ ਕਿ ਉਹ ਸਰਪੰਚਸ ਨੂੰ ਟ੍ਰੇਨਿੰਗ ਦਿੰਦੇ ਨੇ,
ਔਰ ਫਿਰ ਅਲੱਗ-ਅਲੱਗ ਸਟੇਟਸ ਦੇ ਵਿੱਚ ਵੀ ਜਾਣ ਦਾ ਮੌਕਾ ਸਾਨੂੰ ਉੱਥੇ ਥਰੂ ਹੀ ਮਿਲਦਾ ਕਿ ਤੁਸੀਂ ਟ੍ਰੇਨਿੰਗ ਲੈਣ ਜਾਂਦੇ ਹੋ, ਉੱਥੇ ਸਿੱਖਦੇ ਹੋ ਕਿ ਉੱਥੋਂ ਦੇ ਸਰਪੰਚ ਕਿੱਦਾਂ ਕੰਮ ਕਰਦੇ ਆ, ਉੱਥੋਂ ਦੀਆਂ ਪੰਚਾਇਤਾਂ ਕਿੱਦਾਂ ਦੀਆਂ। ਤੇ ਫਿਰ ਕੇਰਲਾ ਵਰਗੀ ਸਟੇਟਸ 'ਚ ਜਾਓਗੇ ਤਾਂ ਤੁਸੀਂ ਆਪਦੇ ਆਪ ਨੂੰ ਥੋੜ੍ਹਾ ਜਿਹਾ ਕਹੋਗੇ ਯਾਰ ਸਾਡੇ ਤਾਂ ਹੁੰਦਾ ਹੀ ਨਹੀਂ ਹੈ, ਬਟ ਉੱਥੋਂ ਤੁਸੀਂ ਬਹੁਤ ਕੁਝ ਸਿੱਖ ਕੇ ਆਉਂਦੇ ਹੋ। ਉੜੀਸਾ ਗਏ, ਉੱਥੋਂ ਵੀ ਸਿੱਖ ਕੇ ਆਏ ਅਸੀਂ। ਪਰ ਮੈਨੂੰ ਲੱਗਦਾ ਸਾਡੇ ਨਾ ਜਿਹੜੇ ਪਿੰਡ ਹੈ ਉਹ ਬਹੁਤ ਜ਼ਿਆਦਾ ਵਿਕਸਿਤ ਹੈਗੇ ਆ, ਮਤਲਬ ਆਪਾਂ ਉਹਨਾਂ ਨਾਲ ਜੇ ਕੰਪੇਅਰ ਕਰਦੇ ਆ ਵਿਕਸਿਤ ਨੇ ਦੂਜੀਆਂ ਸਟੇਟਸ ਨਾਲੋਂ। ਹਾਂਜੀ, ਤੇ ਮੇਰੇ ਪਿੰਡ ਨਾਲ ਵੀ ਬਹੁਤ ਸੋਹਣੇ ਪਿੰਡ ਹੈਗੇ ਆਪਣੇ ਪੰਜਾਬ ਦੇ ਵਿੱਚ, ਬਟ ਉਹਨਾਂ ਦੀ ਨਾ ਕਿਤੇ ਡਾਕੂਮੈਂਟੇਸ਼ਨ 'ਚ ਕਮੀ ਰਹਿ ਜਾਂਦੀ ਹੈ। ਤੇ ਤੁਹਾਨੂੰ ਪਤਾ ਹੋਊਗਾ ਅਵਾਰਡਸ ਦਿੱਤੇ ਜਾਂਦੇ ਆ, ਤੇ ਜੇ ਉਹ ਅਵਾਰਡਸ ਲਈ ਅਪਲਾਈ ਕਰਨ ਤਾਂ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਪਿੰਡਾਂ ਨੂੰ ਅਵਾਰਡਸ ਮਿਲ ਸਕਦੇ ਆ। ਬਸ ਸਿਰਫ ਇਹ ਹੈ ਕਿ ਜਿਹੜੇ ਡਾਕੂਮੈਂਟੇਸ਼ਨ ਹੈ ਉਹ ਪਹੁੰਚ ਨਹੀਂ ਪਾਉਂਦੇ, ਜਿਸ ਤੱਕ ਜਿਹਨੂੰ ਦੱਸਣਾ ਹੁੰਦਾ ਜਾ ਕੇ ਮੈਂ ਵੀ ਆਹ ਕੰਮ ਕੀਤਾ ਵਾ, ਕਿਤੇ ਨਾ ਕਿਤੇ ਉਹ ਚੀਜ਼ ਰਹਿ ਜਾਂਦੀ ਹੈ। ਉਹ ਨਾ ਟ੍ਰੇਨਿੰਗਸ ਵਿੱਚ ਦੱਸਿਆ ਜਾਂਦਾ ਹੈ। ਇੱਕ ਤਾਂ ਚਲੋ ਟ੍ਰੇਨਿੰਗਸ ਤਾਂ ਲੱਗਦੀਆਂ ਨੇ ਵੈਸੇ, ਮੈਨੂੰ ਪਤਾ ਮੈਂ ਮੋਸਟਲੀ ਸਾਲ ਦੇ ਵਿੱਚ ਨਾ 1-2 ਟ੍ਰੇਨਿੰਗਸ ਲੱਗ ਜਾਂਦੀਆਂ ਨੇ, ਬਟ ਉੱਥੇ ਨਾ ਪੰਚਾਇਤਾਂ ਦੀ ਭੂਮਿਕਾ ਘੱਟ ਰਹਿੰਦੀ ਆ, ਇੰਟਰਸਟ ਨਹੀਂ ਹੈ। ਜੇ ਤਾਂ ਉੱਥੇ ਤੁਹਾਨੂੰ ਕਿਸੇ ਵਿਧਾਇਕ ਨੇ ਸੱਦਿਆ ਤਾਂ ਤੁਸੀਂ ਪਹੁੰਚ ਜਾਓਗੇ, ਪਰ ਜਦੋਂ ਤੁਸੀਂ ਕੁਝ ਸਿੱਖਣ ਲਈ ਜਾਣਾ, ਠੀਕ ਹੈ, ਜਿੱਥੇ ਤੁਹਾਡੇ ਉੱਥੇ ਫਿਰ ਕਹਿਣਗੇ ਇਹ ਤਾਂ ਕੀ ਸੀ, ਤਾਂ ਸਾਨੂੰ ਪਤਾ ਸੀ। ਜੇ ਤੁਹਾਨੂੰ ਪਤਾ ਸੀ ਫਿਰ ਤੁਸੀਂ ਅਪਲਾਈ ਕਿਉਂ ਨਹੀਂ ਕਰਦੇ? ਉਸ ਨੌਲੇਜ ਦਾ ਕੀ ਫਾਇਦਾ ਜਿੰਨਾ ਚਿਰ ਤੁਸੀਂ ਅਪਲਾਈ ਨਹੀਂ ਕਰੋਗੇ। ਤੁਸੀਂ ਕਿੰਨੇ ਅਵਾਰਡ ਲੈ ਚੁੱਕੇ ਹੋ? ਅਸੀਂ 3 ਅਵਾਰਡ ਨੈਸ਼ਨਲ ਅਵਾਰਡਸ ਮਿਲ ਚੁੱਕੇ ਆ ਸਾਨੂੰ, ਔਰ ਇੱਕ ਤਾਂ ਸੀ ਨਾਨਾ ਜੀ ਦੇਸ਼ਮੁਖ ਗੌਰਵ ਗ੍ਰਾਮ ਸਭਾ ਅਵਾਰਡ, ਇਹ ਪਹਿਲਾ ਅਵਾਰਡ ਹੁੰਦੇ ਸੀ, ਐਕਚੁਅਲੀ ਹੁਣ ਚੇਂਜ ਹੋ ਗਿਆ। ਇੱਕ GPDP ਦਾ ਸੀ, ਇੱਕ ਸੀਗਾ ਪੰਚਾਇਤ ਸਸ਼ਕਤੀਕਰਨ, ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਅਵਾਰਡ ਜੀ। ਔਰ ਸਾਨੂੰ ਵਾਟਰ ਸਪਲਾਈ ਐਂਡ ਸੈਨੀਟੇਸ਼ਨ 'ਚ ਵੀ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਤਹਿਤ ਵੀ ਮਿਲੇ ਆ। ਔਰ ਇਸ ਵਾਰ ਵੀ ਅਸੀਂ ਜਿਵੇਂ ਹੁਣ ਜਿਹੜਾ ਸਿਸਟਮ ਚੇਂਜ ਹੋਇਆ ਇਸ ਦੇ ਵਿੱਚ ਕਿ 9 ਥੀਮਸ ਦੇ ਉੱਪਰ ਕੰਮ ਕਰਨਾ ਹੁਣ ਪੰਚਾਇਤਾਂ ਨੇ, ਤਾਂ ਉਹਨਾਂ 9 ਥੀਮਸ ਦੇ ਵਿੱਚ ਵੀ ਸਾਨੂੰ 5 ਥੀਮਸ ਦੇ ਵਿੱਚ ਅਸੀਂ ਵੈਸੇ ਸਾਰੇ ਥੀਮਸ 'ਚ ਹੀ ਅਪਲਾਈ ਕੀਤਾ ਸੀਗਾ, ਬਟ ਸਾਨੂੰ ਅੱਗੇ 3 ਥੀਮਸ ਦੇ ਵਿੱਚ ਜਿਹੜਾ ਮਤਲਬ ਜਾਣ ਦਾ ਮੌਕਾ ਮਿਲਿਆ। ਬਟ ਇਸ ਵਾਰ ਪੰਜਾਬ ਦੇ ਵਿੱਚ ਕਿਸੇ ਵੀ ਪੰਚਾਇਤ ਨੂੰ ਕੋਈ ਅਵਾਰਡ ਨਹੀਂ ਮਿਲਿਆ ਜੀ ਨੈਸ਼ਨਲ ਲੈਵਲ ਤੇ ਨਹੀਂ ਮਿਲਿਆ। ਬੜੀ ਦੁੱਖ ਦੀ ਗੱਲ ਹੈ। ਕਾਰਨ ਕੀ ਮੰਨਦੇ? ਬਸ ਇਹੀ ਡਾਕੂਮੈਂਟੇਸ਼ਨ ਪ੍ਰੋਪਰ ਨਹੀਂ ਸੀ। ਜੇ ਪ੍ਰੋਪਰ ਵੀਡੀਓਜ਼ ਵਗੈਰਾ ਬਣੀਆਂ ਹੋਣ, ਪ੍ਰੋਪਰ ਸਾਰਾ ਚੀਜ਼ਾਂ ਹੋਣ, ਕੰਮ ਤਾਂ ਸਾਡੇ ਮੈਂ ਕਹੂੰਗੀ ਪੰਜਾਬ ਦੇ ਪਿੰਡਾਂ ਦੇ ਬਹੁਤ ਵਧੀਆ ਹੋ ਰਿਹਾ। ਸਰਪੰਚ ਮਤਲਬ ਘੈਂਟ ਤੋਂ ਘੈਂਟ ਪਈ ਨੇ ਜੀ। ਅੱਛਾ, ਇੱਕ ਮੈਂ ਜਦੋਂ ਆ ਰਿਹਾ ਸੀ ਮੈਂ ਦੇਖਿਆ ਘਰਾਂ ਦੇ ਬਾਹਰ ਨੇਮ ਪਲੇਟਾਂ ਲੱਗੀਆਂ ਹੋਈਆਂ ਜੀ। ਨੇਮ ਪਲੇਟਾਂ ਚਲੋ ਬਹੁਤ ਸੋਹਣੀਆਂ ਲੱਗੀਆਂ, ਵੀ ਇੱਕ ਕਲਰ ਦੀਆਂ, ਸਾਰੇ ਇੱਕ ਡਿਜ਼ਾਈਨ ਦੀਆਂ, ਸਭ ਇੱਕੋ ਜਿਹੀਆਂ, ਪਰ ਉਸ 'ਤੇ ਕਿਹੜੀ ਸਭ ਤੋਂ ਵੱਡੀ ਤੇ ਖਾਸ ਚੀਜ਼ ਸੀ ਉਹ ਇਹ ਸੀ ਕਿ ਪ੍ਰੀਤਮ ਕੌਰ ਵਾਈਫ ਆਫ ਫਲਾਨਾ ਸਿੰਘ। ਮਤਲਬ ਔਰਤ ਦਾ ਨਾਂ ਅੱਗੇ, ਮਰਦ ਦਾ ਨਾਂ ਪਿੱਛੇ, ਮਤਲਬ ਇਹ ਚੀਜ਼ ਕੀ ਹੈ? ਮੈਨੂੰ ਇਹਦੇ ਬਾਰੇ ਜ਼ਰੂਰ ਸਮਝਾਓ। ਸੋ ਜਿਵੇਂ ਆਪਾਂ ਸ਼ੁਰੂ ਤੋਂ ਹੀ ਇੱਕ ਜਿਹੜਾ ਆਪਣਾ ਮੇਨ ਥੀਮ ਹੈ ਔਰਤਾਂ ਬਾਰੇ, ਹੈ ਨਾ, ਵੀ ਉਹਨਾਂ ਤੇ ਇਹ ਚੀਜ਼ ਮੈਨੂੰ ਲੱਗਦਾ ਇਹ ਪਹਿਲਾ ਕਦਮ ਹੈ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਜਗਾਉਣ ਦਾ, ਕਿ ਤੁਸੀਂ ਸਿਰਫ ਘਰੇ ਅੰਦਰ ਰਸੋਈ ਦੇ ਵਿੱਚ ਬੰਦ ਹੋਣ ਵਾਲੀ ਸ਼ੈ ਨਹੀਂ ਹੋ, ਤੁਸੀਂ ਬਾਹਰ ਆਉਣਾ, ਤੁਸੀਂ ਆਪਦੇ ਆਪ ਨੂੰ ਪਹਿਚਾਨਣਾ। ਤਾਂ ਉਹ ਕਿਵੇਂ ਹੋਊਗਾ? ਉਹ ਇੱਦਾਂ ਛੋਟੇ ਗੈਸਚਰਸ ਦੇ ਨਾਲ ਹੀ ਹੋਊਗਾ ਨਾ, ਜਦੋਂ ਉਹਨਾਂ ਨੂੰ ਅਸੀਂ ਦੱਸਾਂਗੇ ਕਿ ਤੁਸੀਂ ਇਸ ਸਮਾਜ ਦੇ ਵਿੱਚ ਕੀ ਅਹਿਮੀਅਤ ਰੱਖਦੇ ਹੋ, ਤੁਸੀਂ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਹੋ। ਔਰ ਜਦੋਂ ਉਹ ਵਿਸ਼ਵਾਸ ਉਹਨਾਂ 'ਚ ਆ ਜਾਵੇਗਾ, ਫਿਰ ਮਤਲਬ ਜਿਹੜੀਆਂ ਪੁਰਾਣੀਆਂ ਪਿਰਤਾਂ ਜਿਹੜੀਆਂ ਚੱਲੀਆਂ ਆ ਰਹੀਆਂ ਸਮੇਂ ਦੀਆਂ ਉਹ ਟੁੱਟਣ ਲੱਗ ਜਾਣਗੀਆਂ। ਤਾਂ ਉਸੇ ਵਿਸ਼ਵਾਸ ਨੂੰ ਜਗਾਉਣ ਦੇ ਲਈ ਮੈਂ ਇਹ ਪਹਿਲਾਂ ਚੀਜ਼ ਲੈ ਕੇ ਆਈ ਕਿ ਆਪਾਂ ਔਰਤਾਂ ਦੇ ਨਾਮ ਦੀ ਜਿਹੜੀ ਨੇਮ ਪਲੇਟ ਲਗਾਈਏ। ਔਰ ਫਿਰ ਬਸ ਇਸ ਦੇ ਵਿੱਚ ਵੈਸੇ ਮੈਨੂੰ ਕੋਈ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਵੀ ਕਿਸੇ ਨੇ ਤੁਹਾਨੂੰ ਕਿਹਾ ਨਹੀਂ ਵੀ ਔਰਤਾਂ ਦੀ ਤੁਸੀਂ ਕਿਉਂ ਲਾ ਰਹੇ ਹੋ, ਵੀ ਮੇਰਾ ਨਾਮ ਹੋਣਾ ਚਾਹੀਦਾ, ਵੀ ਕਿਸੇ ਮੇਲ ਨਹੀਂ ਚਾਹੀਦਾ? ਇੱਦਾਂ ਕਿਸੇ ਨੇ ਨਹੀਂ ਕਿਹਾ, ਕਿਉਂਕਿ ਮੈਂ ਜੈਂਡਰ ਇਕੁਐਲਿਟੀ 'ਚ ਬਰੀਫ ਕਰਦੀ ਹਾਂ, ਤਾਂ ਮੈਂ ਉਹਨਾਂ ਦਾ ਵੀ ਨਾਲ ਨਾਮ ਲਿਖਿਆ। ਇਹ ਨਹੀਂ ਹੈ ਵੀ ਹਾਂ ਵੀ ਇਕੱਲੀ ਫੀਮੇਲਸ ਦਾ ਵੀ ਨਹੀਂ ਹੈ, ਨਾਲ ਮੇਲਸ ਦਾ ਵੀ ਹੈ, ਬਟ ਹਾਂ ਪ੍ਰਾਇਰਟੀ ਮੈਂ ਫੀਮੇਲ ਨੂੰ ਦਿੱਤੀ। ਇਸ ਕਰਕੇ ਬਚ ਗਏ ਤੁਸੀਂ, ਬਚ ਕੇ ਲਗਾ ਲਓ, ਜਾਂ ਹਾਂਜੀ ਕੁਦਰਤ ਵੱਲੋਂ ਇਸ਼ਾਰਾ ਸੀਗਾ, ਹੈ ਨਾ, ਵੀ ਤੁਸੀਂ ਇੱਦਾਂ ਬਚ ਜਾਓਗੇ, ਤੇ ਬਚ ਗਏ। ਇੱਦਾਂ ਦਾ ਕੋਈ ਇਸ਼ੂ ਨਹੀਂ ਆਇਆ। ਪਿੰਡ ਦੇ ਵਿੱਚ ਸਾਰੇ ਘਰਾਂ ਦੇ ਆਲਮੋਸਟ ਲੱਗੀਆਂ ਹੋਈਆਂ ਨੇ। ਔਰ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਫੀਮੇਲ ਮਿਲੀ, ਹੈ ਨਾ, ਤੇ ਉਹਨਾਂ ਨੇ ਮੈਨੂੰ ਜਿਹੜੀਆਂ ਗੱਲਾਂ ਕਹੀਆਂ ਮੈਨੂੰ ਬਹੁਤ ਜ਼ਿਆਦਾ ਫੀਲ ਹੋਈਆਂ ਕਿ ਵੀ ਮੈਨੂੰ ਨਾ ਘਰ ਬਾਹਰ ਜਾਂਦੇ ਆ, ਠੀਕ ਹੈ, ਗੁਰਦੁਆਰੇ ਆ ਜਾਂਦੇ, ਉਹ ਪੁੱਛ ਕੇ ਆਉਣਾ, ਮਤਲਬ ਤੁਸੀਂ ਨਿੱਕੀਆਂ ਚੀਜ਼ਾਂ ਲਈ ਉੱਥੇ ਪਾਰਕ 'ਚ ਜਾਣਾ, ਪਿੰਡ ਦੇ ਵਿੱਚ ਹੀ, ਹੈ ਨਾ, ਪੁੱਛ ਕੇ ਜਾਣਾ ਹੈ ਉਹ ਕਰਨਾ। ਕਹਿੰਦੀ ਮੈਨੂੰ ਐਂ ਕਰਨਾ ਪੈਂਦਾ, ਵੀ ਇਜਾਜ਼ਤ ਨਹੀਂ ਆਏ ਖੁੱਲ੍ਹੇ ਮਾਹੌਲ ਜਿਹੇ ਵਾਂਗੂ। ਤਾਂ ਮੈਂ ਕਹਿੰਦੀ ਜਦੋਂ ਆਪਦਾ ਨਾਮ ਦੇਖਿਆ ਨਾ ਨੇਮ ਪਲੇਟ 'ਤੇ, ਮੈਂ ਜੋ ਮਹਿਸੂਸ ਕੀਤਾ ਮੈਂ ਤੁਹਾਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਤੇ ਮੈਂ ਉਸ ਵਕਤ ਮੈਂ ਕਿਹਾ ਵੀ
ਉਦੋਂ ਤੁਸੀਂ ਸੋਚ ਲੈ ਕੇ ਚੱਲੇ ਸੀ ਕਿ ਆਪਾਂ ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਭਰਨਾ, ਉਹਨਾਂ ਨੂੰ ਦੱਸਣਾ ਹੈ ਕਿ ਔਰਤਾਂ ਕਿਸ ਤੋਂ ਘੱਟ ਨਹੀਂ ਆ। ਤੇ ਉਹ ਜਦੋਂ ਤੁਹਾਡੇ ਕੋਲੇ ਆ ਕੇ ਕੋਈ ਦੱਸੇ ਕਿ ਵੀ ਮੈਂ ਕੀ ਮਹਿਸੂਸ ਕੀਤਾ, ਫਿਰ ਤੁਹਾਨੂੰ ਲੱਗਦਾ ਵੀ ਸ਼ਾਇਦ ਇੱਕ ਤੁਰੇ ਆ ਸਹੀ ਰਾਹ ਤੇ, ਵੀ ਕੁਝ ਦਿਖ ਰਿਹਾ ਵੀ ਹਾਂ ਮਤਲਬ ਪੋਸਿਬਿਲਿਟੀ ਹੈਗੀ ਆ ਵੀ ਇੰਪਰੂਵਮੈਂਟ ਹੋਊਗੀ, ਫਿਰ ਤਾਂ ਟੁੱਟਣਗੀਆਂ, ਸਟਾਰਟਿੰਗ ਹੋਊਗੀ ਜੀ। ਮਤਲਬ ਤੁਹਾਡੀ ਤਾਂ ਚਲੋ ਤੁਸੀਂ ਤਾਂ ਬਹੁਤ ਵੱਡਾ ਕਦਮ ਕਰਤਾ। ਲੋਕ ਤਾਂ ਮੁਫਤ ਬੱਸ ਸਫ਼ਰ ਤੇ ਜਿਹੜੇ ਬਾਬੇ ਬੈਠੇ ਹੁੰਦੇ ਨਾ ਸੱਥਾਂ 'ਚ ਬਹੁਤ ਔਖੇ ਆ, ਕਹਿੰਦੇ ਬੁੜੀਆਂ ਨੱਤੀ ਤੁਰੀਆਂ ਰਹਿੰਦੀਆਂ ਕਿਤੇ, ਕਹਿੰਦੇ ਹੁਣ ਕਿਹੜੇ ਤੀਰਥ ਸਥਾਨ ਤੇ ਤੁਰ ਜਾਂਦੀਆਂ, ਕਿਰਾਇਆ ਮੁਫਤ ਹੈ। ਇੱਕ ਬੰਦੇ ਨੇ ਤਾਂ ਅਸੀਂ ਇੰਟਰਵਿਊ ਕੀਤੀ, ਉਹ ਤਾਂ ਇਸਦਾ ਹੀ ਕਹਿੰਦਾ ਪਹਿਲਾਂ ਬੰਦਿਆਂ ਨੂੰ ਢੋਲੀਆਂ ਚਕਾਈਆਂ ਆਰੋ ਲਾ ਕੇ, ਕਹਿੰਦਾ ਪਹਿਲਾਂ ਬੁੜੀਆਂ ਘੜੇ ਭਰਦੀਆਂ ਸੀ, ਹੁਣ ਕਹਿੰਦਾ ਚੱਕ ਕੇ ਬੱਸਾਂ ਦੇ ਕਿਰਾਏ, ਕਹਿੰਦਾ ਹੁਣ ਕਹਿੰਦੇ ਤੂੰ ਬਹਿ ਜਾ ਘਰੇ ਮੈਂ ਹੀ ਕੰਮ ਕਰਿਆ ਨਹੀਂ ਕਰਿਆ ਨਹੀਂ ਹੈ। ਬਿਲਕੁਲ ਜੀ। ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਮੈਂ ਦੇਖੀ ਆ ਵੀ ਜਿਹੜੇ ਮਤਲਬ ਮੈਂ ਆਪਦੇ ਆਲੇ ਦੁਆਲੇ ਦੀ ਗੱਲ ਕਰ ਰਹੀ ਹਾਂ, ਸੋ ਅਫੈਂਡ ਨਾ ਹੋਇਓ ਸਾਰੇ ਮੇਲਸ। ਮੈਂ ਦੇਖਦੀ ਹਾਂ ਨਾ ਤਾਂ ਜ਼ਿਆਦਾਤਰ ਮੇਲਸ ਆਲਸੀ ਹੈ। ਠੀਕ ਹੈ। ਮਤਲਬ ਮੈਂ ਦੇਖ ਰਹੀ ਹਾਂ ਤੇ ਜਿਹੜੀਆਂ ਸਾਡੀਆਂ ਫੀਮੇਲਸ ਨੇ ਮੇਰੇ ਪਿੰਡ ਦੇ ਵਿੱਚ ਵੀ ਹੁਣ ਤਾਂ ਇੰਨੇ ਕੁ ਜ਼ਿਆਦਾ ਚੀਜ਼ ਹੋ ਗਈ ਵੀ ਉੱਥੇ ਖੁੰਡ ਤੇ ਜਾ ਕੇ ਬੈਠ ਜਾਣਗੇ, ਖੇਤ ਗੇੜਾ ਤੱਕ ਨਹੀਂ ਮਾਰਦੇ। ਪਰ ਜਿਹੜੀਆਂ ਔਰਤਾਂ ਨੇ ਉਹ ਸਵੇਰੇ 4 ਵਜੇ ਆਲਮੋਸਟ ਸਾਰੀਆਂ ਪਿੰਡ ਦੀਆਂ ਔਰਤਾਂ ਉੱਠ ਖੜਦੀਆਂ। ਜੇ ਤੁਸੀਂ ਕਹੋ ਕੋਈ ਲੇਟ ਉੱਠਦੀ, ਇੱਕ ਅੱਧੀ ਕੋਈ ਹੋਊਗੀ ਬੇਟੀ ਜਾਂ ਕੋਈ ਵੀ ਹੈ ਨਾ, ਪਰ ਨਹੀਂ, ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਸਾਰੀਆਂ 4 ਵਜੇ ਉੱਠ ਖੜਦੀਆਂ ਨੇ। ਆਲਮੋਸਟ 50% ਤੋਂ ਜ਼ਿਆਦਾ ਔਰਤਾਂ ਗੁਰਦੁਆਰੇ ਜਾਂਦੀਆਂ ਨੇ। ਠੀਕ ਹੈ, ਸਾਰੇ ਘਰ ਦੇ ਕੰਮ 7-8 ਵਜੇ ਤੱਕ ਇਹ ਖਤਮ ਕਰ ਦਿੰਦੀਆਂ ਨੇ। ਤਾਂ ਉਦੋਂ ਤੱਕ ਜਦੋਂ ਤੁਸੀਂ ਕੰਮ ਖਤਮ ਕਰ ਦਿੰਦੇ ਹੋ, ਤੁਸੀਂ ਦੇਖੋ ਵੀ ਉਹ ਕਿੰਨਾ ਕੰਮ ਕਰ ਸਕਦੀਆਂ ਸਾਰੇ ਦਿਨ ਦੇ ਵਿੱਚ, ਬਟ ਉਦੋਂ ਬਾਅਦ 'ਚ ਉਹਨਾਂ ਨੂੰ ਇਜਾਜ਼ਤ ਨਹੀਂ ਆ। ਪਰ ਉੱਥੇ ਹੀ ਫਿਰ ਉਹ ਕਹਿਣਗੀਆਂ ਅੱਜ ਕੱਲ੍ਹ ਤਾਂ ਫੋਨਾਂ ਨੇ ਸਾਨੂੰ ਪੰਗੇ ਪਾਤੇ। ਮੈਂ ਜਦੋਂ ਉਹਨਾਂ ਨਾਲ ਗੱਲ ਕਰੂੰ, ਮੈਂ ਕਿਹਾ ਕਿਉਂ, ਕਿਵੇਂ ਪੰਗੇ ਪਾਤੇ? ਇਹ ਸਾਰਾ ਦਿਨ ਲੈ ਕੇ ਬੈਠੇ ਰਹਿੰਦੇ ਆ, ਸਾਰਾ ਦਿਨ ਸੁਣੀ ਜਾਂਦੇ ਆ ਫੋਨਾਂ ਨੂੰ ਹੀ। ਕਹਿੰਦੇ ਕੋਈ ਕੰਮ ਹੀ ਨਹੀਂ ਕਰਦੇ, ਪਹਿਲਾਂ ਕੋਈ ਮਾੜਾ ਮੋਟਾ ਕੰਮ ਕਰ ਲੈਂਦੇ ਸੀ, ਹੁਣ ਉਹ ਵੀ ਨਹੀਂ ਕਰਦੇ। ਹੁਣ ਕਹਿਣਗੇ ਆ ਮੈਂ ਜ਼ਰੂਰੀ ਗੱਲ ਸੁਣ ਲਾਂ। ਵੀ ਉਹ ਕਿਹੜੀ ਜ਼ਰੂਰੀ ਗੱਲ ਹੈ ਜਿਹੜੀ ਸਵੇਰ ਤੋਂ ਸ਼ਾਮ ਤੱਕ ਹੀ ਚੱਲੀ ਜਾਂਦੀ ਹੈ? ਤੇ ਫਿਰ ਮੈਨੂੰ ਲੱਗਦਾ ਵੀ ਹਾਂਜੀ ਇਹ ਵੀ ਇੱਕ ਚੀਜ਼ ਹੁਣ ਪਿੰਡਾਂ ਦੇ ਵਿੱਚ ਇਹ ਮੁੱਦਾ ਵੀ ਆ ਰਿਹਾ। ਹੁਣ ਇਹ ਸਾਰੀਆਂ ਫੀਮੇਲਸ ਆਲਮੋਸਟ ਕੰਪਲੇਨ ਕਰਦੀਆਂ, ਕਹਿੰਦੇ ਵੀ ਮੈਂ ਤਾਂ ਉਦੋਂ ਨੂੰ ਆਹ ਕੰਮ ਕਰ ਦਿੰਦੀ ਹਾਂ ਤੇ ਇਹ ਮਹਾਸ਼ਾ ਜੀ ਉੱਠਦੇ ਹੀ ਨਹੀਂ। ਇਹ ਵੀ ਇੱਕ ਇਸ਼ੂ ਆ ਰਿਹਾ। ਇੱਕ ਆਲਸ ਦਾ ਕਾਰਨ ਫੋਨ ਵੀ ਹੋਰ ਬਣਦਾ। ਉਹ ਫੋਨ ਹੀ ਹੈ ਜੀ। ਹੁਣ ਉਹ ਆਏ ਵੀ ਬੰਦੇ, ਇਹ ਸ਼ਿਕਾਇਤ ਬੰਦਿਆਂ 'ਚ ਵੀ ਬਹੁਤ ਜ਼ਿਆਦਾ, ਉਹ ਕਹਿੰਦੇ ਵੀ ਇਹ ਵੀ ਫੋਨ ਨਹੀਂ ਛੱਡਦੀਆਂ, ਕੰਮ ਵਿਹਲੀ ਹੋ ਕੇ ਫਿਰ ਨਾਟਕ ਇਹ ਦੇਖ ਲੈਂਦੇ। ਉਹ ਕੰਮ ਤੋਂ ਵਿਹਲੇ ਤਾਂ ਹੋ ਕੇ ਦੇਖ ਰਹੇ ਆ ਨਾ। ਹਾਂਜੀ। ਹੁਣ ਤੁਸੀਂ ਅੱਗੇ ਸਟੱਡੀ ਕਰ ਰਹੇ ਹੋ? ਹਾਂਜੀ, ਹੁਣ ਮੈਂ ਥੋੜ੍ਹਾ ਜਿਹਾ ਵਾਪਸ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਹੀ ਹਾਂ, ਕਿਉਂਕਿ ਮੇਰੀ ਮੰਮੀ ਨੂੰ ਇਹ ਵੀ ਲੱਗ ਰਿਹਾ ਸੀ ਕਿ ਵੀ ਮੈਂ ਪੜ੍ਹਾਈ ਨਾਲੋਂ ਟੁੱਟ ਗਈ ਹਾਂ, ਜੋ ਨਹੀਂ ਚਾਹੁੰਦੇ ਸੀਗੇ ਜੀ। ਤੇ ਹਾਂਜੀ, ਫਿਰ ਮੈਂ ਮਾਸਟਰਸ ਸ਼ੁਰੂ ਕੀਤੀ ਅੱਗੇ ਡਿਸਟੈਂਸ ਐਜੂਕੇਸ਼ਨ ਦੇ ਥਰੂ, ਔਰ ਮੇਰੀ ਪੜ੍ਹਾਈ ਅੱਗੇ ਜਾਰੀ ਰਹੂਗੀ ਜੀ। ਉਸ ਟਾਈਮ ਗ੍ਰੈਜੂਏਸ਼ਨ ਕੰਪਲੀਟ ਸੀ ਜਦੋਂ ਸਰਪੰਚ? ਹਾਂਜੀ, ਉਦੋਂ ਮੈਂ ਗ੍ਰੈਜੂਏਸ਼ਨ ਕੰਪਲੀਟ ਸੀਗੀ ਔਰ ਬਸ ਜੌਬਸ ਦੀ ਤਿਆਰੀ ਤੇ ਲੱਗ ਗਏ ਸੀਗੇ। ਠੀਕ ਹੈ ਜੀ। ਮਤਲਬ ਜੌਬਸ ਤੋਂ ਫਿਰ ਇੱਧਰ ਸਰਪੰਚੀ ਵਾਲੇ ਪਾਸੇ ਬਸ ਹਾਂਜੀ, ਫਿਰ ਉਦੋਂ ਲੱਗਿਆ ਵੀ ਕੁਝ ਨਵਾਂ ਵੀ ਟਰਾਈ ਕਰੀਏ। ਬੜੀ ਇੱਕ ਤਾਂ ਮਤਲਬ ਤੁਹਾਡੀ ਸਰਪੰਚੀ ਦੇ ਵਿੱਚ ਅਸੀਂ ਤੁਹਾਨੂੰ ਵੇਖ ਬਹੁਤ ਚਿਰਦੇ ਰਹੇ ਹਾਂ। ਅਸੀਂ 2000 ਲਗਭਗ 20 ਦੇ ਕਰੀਬ ਦੀਆਂ ਤੁਹਾਡੀਆਂ ਇੰਟਰਵਿਊਜ਼ ਵੀ ਦੇਖ ਰਹੇ ਹਾਂ। ਪਰ ਇੱਕ ਸਬੱਬ ਹੁੰਦਾ ਕਿ ਜਦੋਂ ਕਿਤੇ ਗੱਲਬਾਤ ਕਰਨ ਦਾ ਬਾਨਾ ਹੁੰਦਾ, ਮਤਲਬ ਤੁਸੀਂ ਦੋ ਚੀਜ਼ਾਂ ਦੇਖਣ ਨੂੰ ਇਹ ਖਾਸ ਸਾਨੂੰ ਲੱਗੀਆਂ। ਇੱਕ ਤਾਂ ਕਿ ਛੋਟੀ ਉਮਰ ਦੀ ਕੁਆਰੀ ਲੜਕੀ ਸਰਪੰਚ, ਤੇ ਦੂਜੇ ਤੇ ਇੱਕ ਪੜ੍ਹੀ ਲਿਖੀ। ਚਲੋ ਫਿਰ ਵੀ ਇਹ ਮੰਨ ਲਈਏ ਕਿ ਕਈ ਵਾਰ ਨਹੀਂ ਹੁੰਦਾ ਕਿ ਬੇਬੇ ਨੇ ਨਹੀਂ ਖੜੀ ਹੋਣਾ, ਬੇਬੇ ਕਹਿੰਦੀ ਮੈਂ ਨਹੀਂ ਤੇਰੀ ਸਰਪੰਚ 'ਚ ਖੜੀ ਹੋਣਾ, ਘਰ ਵਾਲੀ ਕਹਿੰਦੀ ਮੈਂ ਨਹੀਂ, ਚੱਲ ਤੇਰੇ ਨਾਂ ਦੀ ਫਾਰਮ ਹੈ ਭਰਨੇ, ਮੈਂ ਫਾਰਮ ਹੈ। ਠੀਕ ਹੈ, ਤੁਸੀਂ ਉਹ ਦੋਨੇ ਪਿਰਤਾਂ ਨੂੰ ਤੁਸੀਂ ਤੋੜਿਆ, ਸਾਨੂੰ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨਾ ਸਮਾਂ ਦਿੱਤਾ। ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ, ਜਾਂ ਗੱਲ ਕੋਈ ਸਾਡੇ ਤੋਂ ਪੁੱਛਣ ਵਾਲਾ ਸਵਾਲ ਰਹਿ ਗਿਆ ਹੋਵੇ ਤਾਂ? ਨਹੀਂ, ਬਸ ਆਲਮੋਸਟ ਹੋ ਗਈ ਜੀ। ਹਾਂਜੀ, ਬਸ ਇਹੀ ਹੈ। ਮੈਂ ਤਾਂ ਔਰਤਾਂ ਨੂੰ ਹੀ ਕਹਿਣਾ ਚਾਹੂੰਗੀ ਵੀ ਜਾਗੋ ਔਰ ਮਿਹਨਤ ਕਰੋ। ਤੁਸੀਂ ਬਹੁਤ ਮਿਹਨਤੀ ਹੋ ਔਰ ਤੁਹਾਡੇ 'ਚ ਦ੍ਰਿੜ ਨਿਸ਼ਚਾ ਵੀ ਹੈ। ਬਸ ਇਹ ਹੈ ਕਿ ਆਪਣੇ ਆਪ ਨੂੰ ਪਹਿਚਾਨਣ ਦੀ ਲੋੜ ਹੈ ਜੀ। ਬਿਲਕੁਲ। ਔਰ ਤੁਸੀਂ ਜ਼ਿੰਦਗੀ ਦੇ ਵਿੱਚ ਔਰਤਾਂ ਕਰਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ। ਔਰ ਈਵਨ ਕੋਈ ਵੀ, ਮੈਂ ਇੱਥੇ ਮਤਲਬ ਉਹਨਾਂ ਨੂੰ ਵੀ ਕਹੂੰਗੀ ਜੋ ਆਪਦੀ ਜ਼ਿੰਦਗੀ ਦੇ ਵਿੱਚ ਅਚੀਵ ਕਰਨਾ ਤੁਸੀਂ ਚਾਹੁੰਦੇ ਹੋ, ਬਸ ਆਪਣੇ ਆਪ 'ਤੇ ਯਕੀਨ ਰੱਖੋ, ਤੁਸੀਂ ਜ਼ਰੂਰ ਕਰ ਪਾਓਗੇ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤਾਂ ਗੱਲਬਾਤ ਕੀਤੀ ਭੈਣ ਸ਼ੈਸ਼ਨਦੀਪ ਕੌਰ ਸਾਡੇ ਨਾਲ ਸਨ। ਉਹਨਾਂ ਦੀ ਸਰਪੰਚੀ ਕਿਸ ਤਰੀਕੇ ਨਾਲ ਲੜਨ ਦਾ ਜਿਹੜਾ ਬਣਿਆ ਪ੍ਰੋਗਰਾਮ, ਉਸ ਤੋਂ ਬਾਅਦ ਸਰਪੰਚੀ ਦੇ ਦੌਰਾਨ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੰਮ ਕੀਤੇ, ਕਿਸ ਤਰੀਕੇ ਦੇ ਨਾਲ ਉਹ ਇਕੱਲਾ ਇੱਥੋਂ ਇੰਟਰਵਿਊਜ਼ ਤੋਂ ਬਾਅਦ ਆਏ ਸੀ। ਪਹਿਲਾਂ ਇੱਕ ਸਰਪੰਚ ਨੂੰ ਮਿਲਣ ਆਏ ਸੀ, ਪਰ ਸਾਨੂੰ ਹੁਣ ਮਿਲਣ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਹਨਾਂ ਦੀ ਔਰਤਾਂ ਪ੍ਰਤੀ
ਕੀ ਸੋਚ ਹੈ, ਜਿਹੜੀਆਂ ਸਾਡੀਆਂ ਰੂੜੀਵਾਦੀ ਧਾਰਨਾਵਾਂ ਹੈ ਉਹਨਾਂ ਨੂੰ ਤੋੜਨ ਲਈ ਕੀ ਸੋਚ ਹੈ। ਇਹ ਇੱਕ ਬਹੁਤ ਵਧੀਆ ਗੱਲ ਸਾਨੂੰ ਇਸ ਇੰਟਰਵਿਊ ਦੇ ਵਿੱਚ ਸੁਣਨ ਨੂੰ ਉਹਨਾਂ ਦੇ ਕੋਲੋਂ ਮਿਲੀ। ਉਮੀਦ ਹੈ ਤੁਹਾਨੂੰ ਵੀ ਇਹ ਗੱਲਾਂ ਪਸੰਦ ਆਉਣਗੀਆਂ ਕਿ ਜੇਕਰ ਅਸੀਂ ਇਹ ਚੀਜ਼ਾਂ ਤੋਂ ਦੂਰ ਹੋਣਾ ਹੈ, ਜੇਕਰ ਅਸੀਂ ਪੈਰ ਦੀ ਜੁੱਤੀ ਜਾਂ ਪਿੱਛੇ ਲੱਗਣ ਵਾਲੀ ਛੱਡ ਕੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੀ ਔਰਤ ਦਾ ਸਮਾਜ ਸਿਰਜਣਾ ਹੋ, ਤਾਂ ਸਾਨੂੰ ਇਹ ਗੱਲਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਭੈਣ ਦਾ ਬਹੁਤ ਬਹੁਤ ਧੰਨਵਾਦ। ਹੋਰ ਇਸ ਤਰੀਕੇ ਦੀਆਂ ਇੰਟਰਵਿਊ ਦੇ ਲਈ ਦੇਖਦੇ ਰਹੋ ਲੋਕ ਆਵਾਜ਼ TV।